Hello students, but in this video we are going to start our next chapter, and that is chapter 4th. Okay, unit 6th and chapter 4th. Chapter 4th is optical instruments. ਤਾਂ ਇਸ ਦੇ ਵਿੱਚ ਬੇਟਾ ਆਪਾਂ ਇਹੋ ਜਿਹੇ ਇੰਸਟਰੂਮੈਂਟਸ ਦੀ ਸਟੱਡੀ ਕਰਾਂਗੇ ਜਿਹੜੇ ਲਾਈਟ ਨਾਲ ਡੀਲ ਕਰਦੇ ਨੇ। ਕਲੀਅਰ? ਆਪਟੀਕਲ ਇੰਸਟਰੂਮੈਂਟਸ ਉਹਨਾਂ ਇੰਸਟਰੂਮੈਂਟਸ ਨੂੰ ਕਿਹਾ ਜਾਂਦਾ ਹੁੰਦਾ ਜਿਹੜੇ ਲਾਈਟ ਨਾਲ ਡੀਲ ਕਰਦੇ ਨੇ, ਲਾਈਟ ਨਾਲ। ਠੀਕ ਹੈ, ਤਾਂ ਇਹੋ ਜਿਹੇ ਡਿਵਾਈਸਿਸ ਪੜ੍ਹਾਂਗੇ ਲਾਈਕ ਮਾਈਕਰੋਸਕੋਪਸ, ਟੈਲੀਸਕੋਪਸ, ਹੈ ਨਾ। ਇਹ ਸਾਰੀ ਚੀਜ਼ਾਂ ਪੜ੍ਹਾਂਗੇ ਆਪਾਂ ਬੇਟਾ ਇਸ ਚੈਪਟਰ ਦੇ ਵਿੱਚ। ਠੀਕ ਹੈ, ਓਕੇ। ਇਸ ਚੈਪਟਰ 'ਚ ਪ੍ਰੋਸੀਡ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ 2 ਪੁਆਇੰਟਸ ਕਲੀਅਰ ਕਰਨੇ ਚਾਹੁੰਦਾ ਬੇਟਾ। ਨੀਅਰ ਪੁਆਇੰਟ ਐਂਡ ਫਾਰ ਪੁਆਇੰਟ। ਆਈ ਨਾਲ ਰਿਲੇਟਡ ਹੈ ਨਾ। ਪਹਿਲਾਂ ਆਪਾਂ ਇਹ ਵਾਲੇ 2 ਪੁਆਇੰਟਸ ਕਲੀਅਰ ਕਰ ਲਈਏ ਵੀ ਨੀਅਰ ਪੁਆਇੰਟ ਕੀ ਹੁੰਦਾ, ਫਾਰ ਪੁਆਇੰਟ ਕਿਸ ਨੂੰ ਕਹਿੰਦੇ ਨੇ। ਦ ਕਲੋਜ਼ੈਸਟ ਡਿਸਟੈਂਸ from our eye, the closest distance from our eye which can be seen clearly without any stress or strain। ਬੇਟਾ ਆਈ ਤੋਂ ਸਭ ਤੋਂ ਨੇੜੇ ਦਾ ਉਹ ਡਿਸਟੈਂਸ ਜਿਸ ਨੂੰ ਆਪਣੀ ਆਈ ਕਲੀਅਰਲੀ ਦੇਖ ਸਕੇ, ਵਿਦਾਊਟ ਐਨੀ ਸਟ੍ਰੈਸ, ਵਿਦਾਊਟ ਐਨੀ ਸਟ੍ਰੇਨ। ਆਪਣੀ ਆਈਜ਼ 'ਤੇ ਕਿਸੇ ਤਰ੍ਹਾਂ ਦਾ ਕੋਈ ਸਟ੍ਰੈਸ, ਕੋਈ ਸਟ੍ਰੇਨ ਨਹੀਂ ਪੈਣਾ ਚਾਹੀਦਾ। ਫੋਰ ਐਗਜ਼ਾਮਪਲ, ਹੇਅਰ ਇਜ਼ ਅਵਰ ਆਈ। ਹੇਅਰ ਇਜ਼ ਅਵਰ ਆਈ। ਤਾਂ ਆਈ ਦਾ ਸਭ ਤੋਂ ਨੇੜੇ ਦਾ ਉਹ ਡਿਸਟੈਂਸ, ਉਹ ਪੁਆਇੰਟ, ਸਭ ਤੋਂ ਨੇੜੇ ਦਾ ਉਹ ਪੁਆਇੰਟ ਜਿਸ ਨੂੰ ਆਪਣੀ ਆਈ ਕਲੀਅਰਲੀ ਦੇਖ ਸਕੇ, ਕਲੀਅਰਲੀ ਦੇਖ ਸਕੇ ਬਿਨਾਂ ਸਟ੍ਰੈਸ ਐਂਡ ਸਟ੍ਰੇਨ ਤੋਂ। ਆਪਣੀ ਆਈਜ਼ 'ਤੇ ਕਿਸੇ ਤਰ੍ਹਾਂ ਦਾ ਕੋਈ ਸਟ੍ਰੈਸ, ਕੋਈ ਸਟ੍ਰੇਨ ਨਹੀਂ ਪੈਣਾ ਚਾਹੀਦਾ। ਦੈਟ ਪੁਆਇੰਟ ਇਜ਼ ਨੋਨ ਐਜ਼ ਨੀਅਰ ਪੁਆਇੰਟ। ਦੇਖ ਤਾਂ ਆਈ ਇਸ ਪੁਆਇੰਟ ਨੂੰ ਵੀ ਸਕਦੀ ਹੈ, ਇਸ ਨੂੰ ਵੀ ਦੇਖ 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 ਸਕਦੀ ਹੈ। ਪਰ ਜਦੋਂ ਆਈ ਇਹਨਾਂ ਪੁਆਇੰਟਸ ਨੂੰ ਦੇਖੇਗੀ ਅਤੇ ਲਗਾਤਾਰ ਦੇਖਦੀ ਰਹੇਗੀ, ਆਪਣੀ ਆਈਜ਼ 'ਤੇ ਨਾ ਥੋੜ੍ਹਾ ਥੋੜ੍ਹਾ ਸਟ੍ਰੈਸ ਪੈਣਾ ਸ਼ੁਰੂ ਹੋ ਜਾਏਗਾ, ਥੋੜ੍ਹਾ ਸਟ੍ਰੇਨ ਪੈਣਾ ਸ਼ੁਰੂ ਹੋ ਜਾਏਗਾ ਬੇਟਾ। ਤਾਂ ਇਹਨਾਂ ਪੁਆਇੰਟਸ ਨੂੰ ਤੁਸੀਂ ਨੀਅਰ ਪੁਆਇੰਟਸ ਨਹੀਂ ਕਹਿ ਸਕਦੇ, ਕਿਉਂਕਿ ਇਹਨਾਂ ਪੁਆਇੰਟਸ ਨੂੰ ਦੇਖਣ ਨਾਲ ਆਪਣੀ ਆਈਜ਼ 'ਤੇ ਕੀ ਪਏਗਾ, ਸਟ੍ਰੇਨ ਪਏਗਾ। ਸਭ ਤੋਂ ਨੇੜੇ ਦਾ ਉਹ ਪੁਆਇੰਟ ਜਿਸ ਨੂੰ ਆਪਣੀ ਆਈ ਕਲੀਅਰਲੀ ਦੇਖ ਸਕੇ, ਕਲੀਅਰਲੀ ਬਿਨਾਂ ਸਟ੍ਰੈਸ ਐਂਡ ਸਟ੍ਰੇਨ ਤੋਂ। ਆਪਣੀ ਆਈਜ਼ 'ਤੇ ਕੋਈ ਸਟ੍ਰੈਸ, ਸਟ੍ਰੇਨ ਨਹੀਂ ਪੈਣਾ ਚਾਹੀਦਾ। ਦੈਟ ਪੁਆਇੰਟ ਇਜ਼ ਨੋਨ ਐਜ਼ ਨੀਅਰ ਪੁਆਇੰਟ। ਅਤੇ ਬੇਟਾ ਆਈ ਤੋਂ ਨੀਅਰ ਪੁਆਇੰਟ ਦਾ ਜਿਹੜਾ ਡਿਸਟੈਂਸ ਹੁੰਦਾ ਹੈ ਉਹ 25 ਸੈਂਟੀਮੀਟਰ ਹੁੰਦਾ ਹੈ। ਇਸ ਡਿਸਟੈਂਸ ਨੂੰ ਬੋਲਿਆ ਜਾਂਦਾ ਹੁੰਦਾ ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ। ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ। ਠੀਕ ਹੈ, 25 ਸੈਂਟੀਮੀਟਰ ਹੁੰਦਾ ਹੈ। ਮਤਲਬ ਜੇ ਆਪਣੀ ਆਈ ਨੋਰਮਲ ਹੈ ਨਾ, ਆਪਣੀ ਆਈ ਡਿਫੈਕਟਿਵ ਨਹੀਂ ਹੈ, ਆਪਣੀ ਆਈ 'ਚ ਕਿਸੇ ਤਰ੍ਹਾਂ ਦਾ ਕੋਈ ਡਿਫੈਕਟ ਨਹੀਂ ਹੈ, ਫਿਰ ਆਪਣੀ ਆਈ ਤੋਂ 25 ਸੈਂਟੀਮੀਟਰ ਦੂਰ ਹੁੰਦਾ ਨੀਅਰ ਪੁਆਇੰਟ। ਇਹ 25 ਸੈਂਟੀਮੀਟਰ ਨੂੰ ਅਸੀਂ ਬੋਲਦੇ ਹਾਂ ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ, ਡਿਨੋਟਡ ਬਾਈ ਕੈਪੀਟਲ ਡੀ। ਕੈਪੀਟਲ ਡੀ ਨਾਲ ਡਿਨੋਟ ਕੀਤਾ ਜਾਂਦਾ ਬੇਟਾ। ਸਮਝ ਆ ਗਈ ਨੀਅਰ ਪੁਆਇੰਟ? ਓਕੇ। ਇਹ ਵੀ ਆਪਣੀ ਆਈ ਦਾ ਇੱਕ ਫਾਰ ਪੁਆਇੰਟ ਹੁੰਦਾ ਹੈ। ਦ ਫਾਰਦੈਸਟ ਪੁਆਇੰਟ ਫਰੋਮ ਆਵਰ ਆਈ, ਦ ਫਾਰਦੈਸਟ ਪੁਆਇੰਟ from our eye which can be seen clearly without any
स्ट्रेस और स्ट्रेन, बिना स्ट्रेस बिना स्ट्रेन तो क्लीयरली देख ਸਕੀਏ। ਸਭ ਤੋਂ ਦੂਰ ਦਾ ਉਹ ਪੁਆਇੰਟ, ਸਭ ਤੋਂ ਦੂਰ ਦਾ ਉਹ ਪੁਆਇੰਟ ਜਿਸ ਨੂੰ ਆਪਣੀ ਆਈ ਕਲੀਅਰਲੀ ਦੇਖ ਸਕੇ, ਸਭ ਤੋਂ ਦੂਰ ਦਾ ਪੁਆਇੰਟ ਬੇਟਾ, that point ਜਿਸ ਨੂੰ ਆਪਣੀ ਆਈ ਕਲੀਅਰਲੀ ਦੇਖ ਸਕੇ ਵਿਦਾਊਟ ਐਨੀ ਸਟ੍ਰੈਸ ਔਰ ਸਟ੍ਰੇਨ, that is known as far point। ਇਸ ਨੂੰ ਕੀ ਬੋਲਦੇ ਆਪਾਂ? ਫਾਰ ਪੁਆਇੰਟ। ਐਂਡ ਆਪਣੀ ਆਈ ਤੋਂ, ਨੋਰਮਲ ਆਈ ਤੋਂ ਜਿਹੜਾ ਫਾਰ ਪੁਆਇੰਟ ਹੁੰਦਾ ਇਹ ਇਨਫਿਨਿਟੀ ਤੇ ਹੁੰਦਾ। ਇਸ ਇਨਫਿਨਿਟੀ ਦਾ ਮਤਲਬ ਵੈਰੀ ਵੈਰੀ ਲਾਰਜ ਡਿਸਟੈਂਸ, ਇਹ ਨਹੀਂ ਹੈਗਾ, ਗਲਤ ਨਾ ਸੋਚਿਓ। ਇਸ ਇਨਫਿਨਿਟੀ ਦਾ ਮਤਲਬ ਹੈ ਐਟ ਸਮ ਡਿਸਟੈਂਸ, ਆਈ ਤੋਂ ਕੁਛ ਡਿਸਟੈਂਸ ਦੂਰੀ ਤੇ, ਆਈ ਤੋਂ ਕੁਛ ਡਿਸਟੈਂਸ ਦੂਰੀ ਤੇ ਇੱਕ ਪੁਆਇੰਟ ਹੁੰਦਾ ਜਿਸ ਨੂੰ ਆਪਣੀ ਆਈ ਕਲੀਅਰਲੀ ਦੇਖ ਸਕਦੀ ਹੈ ਵਿਦਾਊਟ ਐਨੀ ਸਟ੍ਰੈਸ ਔਰ ਸਟ੍ਰੇਨ। ਮਤਲਬ ਇਸ ਇਨਫਿਨਿਟੀ ਦਾ ਮਤਲਬ ਹੈ ਐਟ ਸਮ ਡਿਸਟੈਂਸ ਵਿਚ ਕੈਨ ਬੀ ਸੀਨ। ਆਪਾਂ ਇਹਨੂੰ ਵੈਰੀ ਵੈਰੀ ਲਾਰਜ ਡਿਸਟੈਂਸ ਨਹੀਂ ਲੈਣਾ, ਕਿਤੇ ਤੁਸੀਂ ਐਵੇਂ ਸਮਝ ਲਓ ਵੀ ਇਹ 100 ਕਿਲੋਮੀਟਰ ਜਾਂ 1000 ਕਿਲੋਮੀਟਰਸ ਹੋਏਗਾ, ਨਹੀਂ, ਗਲਤ ਨਾ ਸੋਚਿਓ ਬੇਟਾ। ਇਸ ਇਨਫਿਨਿਟੀ ਦਾ ਮਤਲਬ 100 ਕਿਲੋਮੀਟਰਸ ਜਾਂ 1000 ਕਿਲੋਮੀਟਰਸ ਨਹੀਂ ਹੈ। ਆਪਣੀ ਆਈ 100 ਕਿਲੋਮੀਟਰ ਤੋਂ 1000 ਕਿਲੋਮੀਟਰ ਤਾਂ ਛੱਡ ਦਿਓ ਬੇਟਾ, ਆਪਣੀ ਆਈ 3 ਜਾਂ 4 ਕਿਲੋਮੀਟਰ ਤੋਂ ਜ਼ਿਆਦਾ ਦੂਰ ਨਹੀਂ ਦੇਖ ਪਾਉਂਦੀ। ਕੋਈ ਵੀ ਓਬਜੈਕਟ ਹੈ ਹੈ ਨਾ, 2 ਕਿਲੋਮੀਟਰ ਵੀ ਦੂਰ ਅਗਰ ਕੋਈ ਓਬਜੈਕਟ ਹੈ, ਆਪਣੀ ਆਈ ਤਾਂ ਉਹਨੂੰ ਵੀ ਨਹੀਂ ਦੇਖ ਸਕਦੀ। 1 ਕਿਲੋਮੀਟਰ ਵਾਲੀ ਦੂਰ ਵਾਲੀ ਓਬਜੈਕਟ ਨੂੰ ਵੀ ਮੁਸ਼ਕਿਲ ਨਾਲ ਦੇਖਦੀ ਹੈ। 100 ਕਿਲੋਮੀਟਰ 1000 ਕਿਲੋਮੀਟਰਸ ਤਾਂ ਬਹੁਤ ਦੂਰ ਦੀ ਗੱਲ ਹੈ। ਆਪਣੀ ਆਈ ਤਾਂ 1 ਕਿਲੋਮੀਟਰ 'ਤੇ ਜਿਹੜੀ ਡਿਸਟੈਂਸ 'ਤੇ ਪਈ ਹੁੰਦੀ ਹੈ ਨਾ ਓਬਜੈਕਟ, 1 ਕਿਲੋਮੀਟਰ 'ਤੇ, ਉਸ ਨੂੰ ਵੀ ਬਹੁਤ ਮੁਸ਼ਕਿਲ ਨਾਲ ਦੇਖਦੀ ਹੈ। ਤਾਂ ਇਹਨੂੰ, ਇਸ ਇਨਫਿਨਿਟੀ ਦਾ ਮਤਲਬ ਇਹ ਨਾ ਸਮਝ ਲਿਓ ਵੀ ਐਟ ਵੈਰੀ 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 ਲਾਰਜ ਡਿਸਟੈਂਸ, ਨਹੀਂ, ਗਲਤ ਨਾ ਸੋਚਿਓ ਬੇਟਾ। ਇਸ ਇਨਫਿਨਿਟੀ ਦਾ ਮਤਲਬ ਹੈ ਐਟ ਸਮ ਡਿਸਟੈਂਸ ਫਰੋਮ ਆਵਰ ਆਈ, ਜਿਹਨੂੰ ਅਸੀਂ ਮੇਜਰ ਨਹੀਂ ਕਰ ਸਕਦੇ। ਐਟ ਸਮ ਡਿਸਟੈਂਸ ਫਰੋਮ ਆਵਰ ਆਈ, ਜਿਸ ਨੂੰ ਅਸੀਂ ਮੇਜਰ ਨਹੀਂ ਕਰ ਸਕਦੇ। ਕਿਉਂ ਨਹੀਂ ਮੇਜਰ ਕਰ ਸਕਦੇ? ਇਸ ਕਰਕੇ ਨਹੀਂ ਮੇਜਰ ਕਰ ਸਕਦੇ ਕਿਉਂਕਿ ਅਗਰ ਇਹ ਫਾਰ ਪੁਆਇੰਟ, ਅਗਰ ਆਪਾਂ ਮੰਨ ਲਓ ਓਬਜੈਕਟ ਉਰੇ ਰੱਖੀਏ, ਉਹ ਵੀ ਆਪਾਂ ਨੂੰ ਕਲੀਅਰਲੀ ਦਿਖੇਗੀ। ਜੇ ਥੋੜ੍ਹਾ ਜਿਹਾ ਅੱਗੇ ਰੱਖ ਲਾਂਗੇ ਉਹ ਵੀ ਕਲੀਅਰਲੀ ਦਿਖੇਗੀ ਵਿਦਾਊਟ ਐਨੀ ਸਟ੍ਰੈਸ ਔਰ ਸਟ੍ਰੇਨ। ਜੇ ਥੋੜ੍ਹਾ ਜਿਹਾ ਪਿੱਛੇ ਰੱਖ ਲਾਂਗੇ ਉਹ ਵੀ ਕਲੀਅਰਲੀ ਦਿਖੇਗੀ ਵਿਦਾਊਟ ਐਨੀ ਸਟ੍ਰੈਸ ਔਰ ਸਟ੍ਰੇਨ। ਫਾਰ ਪੁਆਇੰਟ ਥੋੜ੍ਹਾ ਬਹੁਤਾ ਅੱਗੇ ਪਿੱਛੇ ਹੋਣ ਨਾਲ, ਹੈ ਨਾ, ਆਪਾਂ ਦੀ ਆਈ 'ਤੇ ਇੰਨਾ ਜ਼ਿਆਦਾ ਸਟ੍ਰੈਸ ਨਹੀਂ ਪੈਂਦਾ ਹੁੰਦਾ। ਇਸ ਕਰਕੇ ਅਸੀਂ ਇਹ ਫਾਰ ਪੁਆਇੰਟ ਨੂੰ ਮੇਜਰ ਨਹੀਂ ਕਰ ਸਕਦੇ। ਇਸ ਕਰਕੇ ਅਸੀਂ ਇਸ ਨੂੰ ਇਨਫਿਨਿਟੀ ਲੈਂਦੇ ਹਾਂ। ਇਹ ਬੇਟਾ 2 ਪੁਆਇੰਟ ਸੀਗੇ ਜਿਹੜੇ ਆਪਾਂ ਨੂੰ ਸਮਝਣੇ ਜ਼ਰੂਰੀ ਸੀਗੇ, ਠੀਕ ਹੈ। ਕਿਉਂਕਿ ਜਦੋਂ ਵੀ ਅਸੀਂ ਕੋਈ ਡਿਵਾਈਸ ਯੂਜ਼ ਕਰਾਂਗੇ, ਕੋਈ ਸਿੰਪਲ ਮਾਈਕਰੋਸਕੋਪ, ਕੋਈ ਕੰਪਾਊਂਡ ਮਾਈਕਰੋਸਕੋਪ ਜਾਂ ਟੈਲੀਸਕੋਪ ਯੂਜ਼ ਕਰਾਂਗੇ, ਤਾਂ ਉਹਨਾਂ 'ਚ ਜਿਹੜੀ ਫਾਈਨਲ ਇਮੇਜ ਹੈ, ਉਹਨਾਂ 'ਚ ਫਾਈਨਲ ਇਮੇਜ ਕਿਸ 'ਤੇ ਬਣਨੀ ਚਾਹੀਦੀ ਹੈ? ਜਾਂ ਨੀਅਰ ਪੁਆਇੰਟ 'ਤੇ ਜਾਂ ਫਾਰ ਪੁਆਇੰਟ 'ਤੇ। ਕਿਉਂਕਿ ਜੇ ਫਾਈਨਲ ਇਮੇਜ ਨੀਅਰ ਪੁਆਇੰਟ 'ਤੇ ਬਣੇਗੀ ਉਹ ਵੀ ਸਾਨੂੰ ਕਲੀਅਰਲੀ ਦਿਖੇਗੀ ਵਿਦਾਊਟ ਸਟ੍ਰੈਸ ਐਂਡ ਸਟ੍ਰੇਨ ਦਿਖੇਗੀ। ਸਾਡੀ ਆਈਜ਼ 'ਤੇ ਸਟ੍ਰੈਸ ਨਹੀਂ ਪਏਗਾ, ਕੋਈ ਸਟ੍ਰੇਨ ਨਹੀਂ ਪਏਗਾ। ਐਵੇਂ ਨਹੀਂ ਹੋਏਗਾ ਵੀ ਅਸੀਂ ਡਿਵਾਈਸ ਯੂਜ਼ ਕਰ ਲਈ, ਹੈ ਨਾ, ਡਿਵਾਈਸ ਯੂਜ਼ ਕਰਨ ਨਾਲ ਸਾਡੀ ਆਈਜ਼ 'ਤੇ ਸਟ੍ਰੈਸ ਜਾਂ ਸਟ੍ਰੇਨ ਪੈ ਗਿਆ, ਸਾਡੀ ਆਈ ਸਾਈਟ ਡਿਫੈਕਟ ਹੋ ਗਈ, ਹੈ ਨਾ। ਤਾਂ ਇਸ ਕਰਕੇ ਫਾਈਨਲ ਇਮੇਜ ਕਿੱਥੇ ਬਣਨੀ ਚਾਹੀਦੀ ਹੈ ਬੇਟਾ? ਜਾਂ ਨੀਅਰ ਪੁਆਇੰਟ 'ਤੇ ਬਣਨੀ ਚਾਹੀਦੀ ਹੈ। ਸਮਝ ਗਏ? ਆਪਾਂ ਡਿਵਾਈਸ ਯੂਜ਼ ਕਰ ਰਹੇ ਹਾਂ, ਫੋਰ ਐਗਜ਼ਾਮਪਲ ਆਪਾਂ ਸਿੰਪਲ ਮਾਈਕਰੋਸਕੋਪ ਯੂਜ਼ ਕਰ ਰਹੇ ਹਾਂ, ਜਾਂ ਆਪਾਂ ਕੰਪਾਊਂਡ ਮਾਈਕਰੋਸਕੋਪ ਯੂਜ਼ ਕਰ ਰਹੇ ਹਾਂ, ਜਾਂ ਆਪਾਂ ਟੈਲੀਸਕੋਪ ਯੂਜ਼ ਕਰ ਰਹੇ ਹਾਂ, ਤਾਂ ਉਹ ਡਿਵਾਈਸ ਯੂਜ਼ ਕਰਨ ਨਾਲ ਸਾਡੀ ਆਈ ਸਾਈਟ ਡਿਫੈਕਟ ਨਹੀਂ ਹੋਣੀ ਚਾਹੀਦੀ। ਅਗਰ ਆਪਾਂ ਇੱਕ ਡਿਵਾਈਸ ਨੂੰ ਘੰਟਾ ਯੂਜ਼ ਕਰ ਰਹੇ ਹਾਂ, 2 ਘੰਟੇ ਯੂਜ਼ ਕਰ ਰਹੇ, 3 ਘੰਟੇ ਯੂਜ਼ ਕਰ ਰਹੇ, ਤਾਂ ਉਹਨੂੰ ਯੂਜ਼ ਕਰਨ ਨਾਲ ਸਾਡੀ ਆਈ ਸਾਈਟ ਡਿਫੈਕਟ ਨਹੀਂ ਹੋਣੀ ਚਾਹੀਦੀ। ਉਹ ਤਾਂ ਨਹੀਂ ਹੋਏਗੀ ਜੇ ਫਾਈਨਲ ਇਮੇਜ ਕਿੱਥੇ ਬਣੇਗੀ? ਨੀਅਰ ਪੁਆਇੰਟ ਜਾਂ ਫਾਰ ਪੁਆਇੰਟ 'ਤੇ। ਕਿਉਂਕਿ ਜਿਹੜੀ ਇਮੇਜ ਨੀਅਰ ਪੁਆਇੰਟ 'ਤੇ ਬਣਦੀ ਹੈ ਜਾਂ ਫਾਰ ਪੁਆਇੰਟ 'ਤੇ ਬਣਦੀ ਹੈ, ਸਾਡੀ ਆਈ ਉਸ ਨੂੰ ਕਲੀਅਰਲੀ ਦੇਖ ਸਕਦੀ ਹੈ, ਬਿਨਾਂ ਸਟ੍ਰੈਸ ਐਂਡ ਸਟ੍ਰੇਨ ਤੋਂ ਦੇਖ ਸਕਦੀ ਹੈ, ਸਾਡੀ ਆਈ ਸਾਈਟ ਡਿਫੈਕਟ ਨਹੀਂ ਹੋਏਗੀ। ਕਲੀਅਰ? ਇਸ ਕਰਕੇ ਆਪਾਂ ਹੁਣ ਅੱਗੇ ਜਿੰਨੀਆਂ ਵੀ ਡਿਵਾਈਸਿਸ ਪੜ੍ਹਾਂਗੇ ਉਸ 'ਚ ਫਾਈਨਲ ਇਮੇਜ ਜਾਂ ਨੀਅਰ ਪੁਆਇੰਟ 'ਤੇ ਬਣੇਗੀ ਜਾਂ ਬੇਟਾ ਕਿਸ 'ਤੇ ਬਣੇਗੀ? ਫਾਰ ਪੁਆਇੰਟ 'ਤੇ। ਉਹ ਇਸ ਕਰਕੇ ਵੀ ਸਾਡੀ ਆਈ ਉਸ ਨੂੰ ਕਲੀਅਰਲੀ ਦੇਖ ਸਕੇ, ਬਿਨਾਂ ਸਟ੍ਰੈਸ ਐਂਡ ਬਿਨਾਂ ਸਟ੍ਰੇਨ ਤੋਂ ਦੇਖ ਸਕੇ। ਸਾਡੀ ਆਈ ਉਸ ਸਿੰਪਲ ਮਾਈਕਰੋਸਕੋਪ ਜਾਂ ਕੰਪਾਊਂਡ ਮਾਈਕਰੋਸਕੋਪ ਜਾਂ ਉਸ ਟੈਲੀਸਕੋਪ ਨੂੰ ਯੂਜ਼ ਕਰਕੇ ਜਿਹੜੀ ਓਬਜੈਕਟ ਦੇਖ ਰਹੀ ਹੈ, ਸਾਡੀ ਆਈ ਉਸ ਓਬਜੈਕਟ ਨੂੰ ਜਿੰਨੀ ਮਰਜ਼ੀ ਦੇਰ ਤੱਕ ਦੇਖਦੀ ਰਹੇ, ਜਿੰਨੀ ਮਰਜ਼ੀ ਦੇਰ ਤੱਕ ਡਿਵਾਈਸ ਯੂਜ਼ ਕਰਦੀ ਰਹੇ, ਸਾਡੀ ਆਈਜ਼ 'ਤੇ ਕੋਈ ਸਟ੍ਰੈਸ ਨਾ ਪਵੇ। ਇਸ ਕਰਕੇ ਫਾਈਨਲ ਇਮੇਜ ਕਿੱਥੇ ਬਣਨੀ ਚਾਹੀਦੀ ਹੈ? ਜਾਂ ਨੀਅਰ ਪੁਆਇੰਟ ਜਾਂ ਫਾਰ ਪੁਆਇੰਟ। ਤਾਂ ਯਾਦ ਰੱਖਿਓ ਬੇਟਾ, ਨੋਰਮਲ ਆਈ ਦਾ ਜਿਹੜਾ ਨੀਅਰ ਪੁਆਇੰਟ ਹੁੰਦਾ, ਨੀਅਰ ਪੁਆਇੰਟ ਉਹ 25 ਸੈਂਟੀਮੀਟਰ 'ਤੇ ਹੁੰਦਾ, ਐਂਡ ਫਾਰ ਪੁਆਇੰਟ ਕਿੱਥੇ ਹੁੰਦਾ ਬੇਟਾ? ਇਨਫਿਨਿਟੀ 'ਤੇ ਹੁੰਦਾ। ਠੀਕ ਹੈ, ਸਮਝ ਆ ਗਿਆ ਇਹ?
दो पॉइंट्स थानू क्लीयर करने सीगे, है ना, नियर पॉइंट एंड फार पॉइंट. नाउ वी further move to our topic. Okay, and our topic is, first topic is simple microscope. ਸਿੰਪਲ ਮਾਈਕਰੋਸਕੋਪ ਬੇਟਾ, ਇੱਕ ਸਿੰਪਲ ਮਾਈਕਰੋਸਕੋਪ ਨੂੰ ਮੈਗਨੀਫਾਈਂਗ ਗਲਾਸ ਵੀ ਕਹਿੰਦੇ ਨੇ. ਮੈਗਨੀਫਾਈਂਗ ਗਲਾਸ, ਠੀਕ ਹੈ. ਕੁਛ ਖਾਸ ਨਹੀਂ ਹੁੰਦਾ ਇਹ. ਇਟ ਇਜ਼ ਅ ਕਨਵੈਕਸ ਲੈਂਸ of short focal length. ਇਹ ਇੱਕ ਕਨਵੈਕਸ ਲੈਂਸ ਹੈ ਜਿਹਦੀ ਫੋਕਲ ਲੈਂਥ ਸ਼ਾਰਟ ਹੁੰਦੀ ਹੈ, ਠੀਕ ਹੈ. ਇਟ ਇਜ਼ placed inside a lens holder. ਲੈਂਸ ਹੋਲਡਰ ਮਤਲਬ ਦੇਖੋ ਐਵੇਂ ਜਿਹਾ ਹੁੰਦਾ ਬੇਟਾ, ਇਹ ਆ ਲੈਂਸ ਹੋਲਡਰ ਹੁੰਦਾ ਜਿਸ 'ਚ ਅਸੀਂ ਲੈਂਸ ਹੋਲਡ ਕਰ ਸਕਦੇ. ਇਹ ਜਿਹਾ ਲੈਂਸ ਹੋਲਡਰ ਹੁੰਦਾ, ਇਸ ਦੇ ਵਿੱਚ ਅਸੀਂ ਇਹ ਕਨਵੈਕਸ ਲੈਂਸ ਪਾ ਦਿੰਦੇ ਹਾਂ, ਕਨਵੈਕਸ ਲੈਂਸ ਪਾ ਦਿੰਦੇ ਹਾਂ. ਬਸ ਇਹ ਬਣ ਗਿਆ ਸਿੰਪਲ ਮਾਈਕਰੋਸਕੋਪ. ਦਿਸ ਇਜ਼ ਸਿੰਪਲ ਮਾਈਕਰੋਸਕੋਪ ਜਾਂ ਮੈਗਨੀਫਾਈਂਗ ਗਲਾਸ. ਕਲੀਅਰ. ਇਸ ਡਿਵਾਈਸ ਦੀ ਹੈਲਪ ਦੇ ਨਾਲ ਅਸੀਂ ਟਾਈਨੀ ਓਬਜੈਕਟਸ ਦੇਖ ਸਕਦੇ ਹਾਂ. with the help of this device, we can see tiny objects like छोटे छोटे ऑब्जेक्ट्स. बेटा छोटे छोटे ऑब्जेक्ट्स मतलब जिवें वाच दे पार्ट्स, है ना, पार्ट्स ऑफ वाच, ज्वैलरी के डिज़ाइनस ऑफ ज्वैलरी जिन्हों देखने वास्ते सानू दिक्कत आती है ना. डिवीजन्स ऑफ स्केल्स ऑन वर्नियर कैलीपर, स्क्रू गोज. लैब ਦੇ ਵਿੱਚ बेटा डिवाइसिस ਹੁੰਦੀਆਂ ਨੇ, ਲੈਬੋਰੇਟਰੀ ਦੇ ਵਿੱਚ ਸਟੂਡੈਂਟਸ ਇਹਨਾਂ ਨੂੰ ਯੂਜ਼ ਕਰਦੇ ਨੇ. ਵਰਨੀਅਰ ਕੈਲੀਪਰ ਜਾਂ ਸਕੇਲ, ਉਹਨਾਂ ਦੀਆਂ ਡਿਵੀਜ਼ਨਸ ਬਹੁਤ ਛੋਟੀਆਂ ਹੁੰਦੀਆਂ ਨੇ, ਨੇਕਡ ਆਈ ਨਾਲ ਦੇਖਣੀਆਂ ਮੁਸ਼ਕਿਲ ਹੁੰਦੀਆਂ ਨੇ, ਹੈ ਨਾ, ਬਹੁਤ ਛੋਟੀਆਂ ਹੋਣ ਕਾਰਨ ਨੇਕਡ ਆਈ ਨਾਲ ਨਹੀਂ ਦਿਖਦੀਆਂ. ਵੀ ਯੂਜ਼ ਮੈਗਨੀਫਾਈਂਗ ਗਲਾਸ, ਹੈ ਨਾ. ਪ੍ਰਿੰਟ, ਹੈ ਨਾ, ਸਮੋਲ ਪ੍ਰਿੰਟਸ ਆਫ ਬੁੱਕ, ਸਮੋਲ ਪ੍ਰਿੰਟਸ ਆਫ ਬੁੱਕ. ਕਈ ਬੁੱਕਸ ਬਹੁਤ ਵੱਡੀਆਂ ਵੱਡੀਆਂ ਹੁੰਦੀਆਂ ਨੇ ਜਿਹਨਾਂ ਦੇ ਪ੍ਰਿੰਟਸ ਬਹੁਤ ਛੋਟੇ ਹੁੰਦੇ ਨੇ. ਜਨਰਲੀ ਡਿਟੈਕਟਿਵਸ, ਹੈ ਨਾ, ਡਿਟੈਕਟਿਵਸ ਕੋਲ, ਹੈ ਨਾ, ਬਹੁਤ ਇਹੋ ਜਿਹੀਆਂ ਬੁੱਕਸ ਹੁੰਦੀਆਂ ਨੇ ਜਿਨ੍ਹਾਂ ਦੇ ਪ੍ਰਿੰਟ ਕਾਫੀ ਛੋਟੇ ਹੁੰਦੇ ਨੇ, ਬਹੁਤ ਛੋਟੇ, ਨੇਕਡ ਆਈ ਨਾਲ ਨਹੀਂ ਦਿਖਦੇ. ਉਹ ਮੈਗਨੀਫਾਈਂਗ ਗਲਾਸ ਲੈ ਕੇ ਉਹਨਾਂ ਨੂੰ ਵੱਡਾ ਕਰਕੇ ਦੇਖ ਸਕਦੇ ਨੇ, ਹੈ ਨਾ. ਡੈਂਟਿਸਟ ਯੂਜ਼ ਕਰਦੇ ਨੇ ਬੇਟਾ ਇਹਨਾਂ ਨੂੰ. ਡੈਂਟਿਸਟ ਫॉर ਚੈਕਿੰਗ ਦਾ ਕੈਵਿਟੀਜ਼ ਇਨ ਆਵਰ ਟੀਥਸ, ਆਪਣੇ ਟੀਥਸ ਦੇ ਵਿੱਚ ਜਿਹੜੀਆਂ ਕੈਵਿਟੀਜ਼ ਹੈ ਨਾ, ਉਹਨਾਂ ਨੂੰ ਡਿਟੈਕਟ ਕਰਨ ਵਾਸਤੇ ਡੈਂਟਿਸਟ ਇਹਨਾਂ ਨੂੰ ਯੂਜ਼ ਕਰਦੇ ਨੇ, ਹੈ ਨਾ. ਐਂਡ ਸਮਟਾਈਮ ਜੋਤਸ਼ੀ ਵੀ ਯੂਜ਼ ਕਰਦੇ ਨੇ ਇਹਨਾਂ ਨੂੰ. ਦੇਖਿਆ ਤੁਸੀਂ, ਜੋਤਸ਼ੀ ਹੱਥ ਦੀਆਂ ਲਕੀਰਾਂ ਪੜ੍ਹਦੇ ਹੁੰਦੇ ਨੇ, ਹੈ ਨਾ. ਹੱਥ ਦੀਆਂ ਲਕੀਰਾਂ ਨੂੰ ਅੱਗੇ ਮੈਗਨੀਫਾਈਂਗ ਗਲਾਸ ਰੱਖ ਕੇ, ਐਵੇਂ ਮੈਗਨੀਫਾਈਂਗ ਗਲਾਸ ਰੱਖ ਕੇ ਉਹ ਵੱਡਾ ਕਰਕੇ ਦੇਖਦੇ ਨੇ, ਵੱਡਾ ਕਰਕੇ, ਹੈ ਨਾ. ਤਾਂ ਇਹਨੂੰ ਬੋਲਦੇ ਨੇ ਬੇਟਾ ਸਿੰਪਲ ਮਾਈਕਰੋਸਕੋਪ. ਕੁਛ ਖਾਸ ਨਹੀਂ ਹੁੰਦਾ, ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ. ਇਟ ਇਜ਼ ਅ ਕਨਵੈਕਸ ਲੈਂਸ, ਇੱਕ ਕਨਵੈਕਸ ਲੈਂਸ ਹੈ ਜਿਹਦੀ ਬਸ ਫੋਕਲ ਲੈਂਥ ਸ਼ਾਰਟ ਹੁੰਦੀ. ਉਸ ਕਨਵੈਕਸ ਲੈਂਸ ਨੂੰ ਲੈਂਸ ਹੋਲਡਰ 'ਚ ਪਾ ਦਿੱਤਾ ਜਾਂਦਾ. ਬਸ ਆ ਲੈਂਸ ਹੋਲਡਰ ਹੈ, ਠੀਕ ਹੈ. ਦੈਟ ਇਜ਼ ਸਿੰਪਲ ਮਾਈਕਰੋਸਕੋਪ, ਜਿਸ ਦੀ ਹੈਲਪ ਨਾਲ ਅਸੀਂ ਟਾਈਨੀ ਓਬਜੈਕਟਸ ਦੇਖ ਸਕਦੇ ਹਾਂ. ਟਾਈਨੀ ਛੋਟੇ ਛੋਟੇ ਓਬਜੈਕਟਸ ਨੂੰ ਵੱਡਾ ਕਰਕੇ ਦੇਖ ਸਕਦੇ, ਠੀਕ ਹੈ. ਅੱਛਾ, ਹੁਣ ਇਸ ਦਾ ਪ੍ਰਿੰਸੀਪਲ ਕੀ ਹੈ? ਇਸ ਦਾ ਪ੍ਰਿੰਸੀਪਲ ਕਿਸ ਪ੍ਰਿੰਸੀਪਲ 'ਤੇ ਵਰਕ ਕਰਦਾ ਹੈ ਨਾ. ਜਿਸ ਓਬਜੈਕਟ ਨੂੰ ਅਸੀਂ ਐਨਲਾਰਜ ਕਰਕੇ ਦੇਖਣਾ ਬੇਟਾ, ਹੈ ਨਾ, ਉਸ ਨੂੰ ਅਸੀਂ ਲੈਂਸ ਦੇ ਫੋਕਸ ਦੇ ਅੰਦਰ ਰੱਖਾਂਗੇ, ਹੈ ਨਾ. ਦਾ ਓਬਜੈਕਟ ਮਸਟ ਬੀ lie within the focus of lens
so that lens forms its virtual, erect and मैगनीफाइड इमेज। बस इन्ना प्रिंसीपल है ना भी मान लो अगर ये लेंस है ना, ये लेंस है, आ हो गया फोकस है ना, तो जी ऑबजैक्ट तुसी वड्डी करके देखना चाहते हो वो तुसी फोकस के अंदर अंदर रखोगे, तो जो जोड़ा ये लेंस है इस ऑबजैक्ट की एनलार्ज इमेज बना सके, वर्चुअल, इरैक्ट एंड मैगनीफाइड इमेज बना दे। इस प्रिंसीपल ते वर्क करता है। कदे भी ऑबजैक्ट नूं फोकस तो बाहर नहीं रखना। जे तुसी ऑबजैक्ट नूं फोकस तो बाहर रखिया फिर ये वर्क नहीं करेगा। जिहड़ी ऑबजैक्ट तुसी देखना चाह रहे हो एनलार्ज करके है ना, जिहड़ी ऑबजैक्ट देखना चाह रहे हो ऑबजैक्ट नूं फोकस के अंदर रखोगे है ना, फिर ये वर्चुअल इमेज बनाएगा, इरैक्ट एंड मैगनीफाइड इमेज बना लेगा। क्लीयर बेटा? ओके, हुण मैं तुहानूं पहले दी रे डायग्राम बना दिंदे है ना, रे डायग्राम सिंपल माइक्रोस्कोप की। वेट अ मिनट, यस, रे डायग्राम लेंस फार्मूले च भी बनाई सी आपां ने रे डायग्राम, लेंस फार्मूले च कन्वैक्स लेंस बनाओ, दिस इज प्रिंसिपल एक्सिस, ये हो गया ऑप्टिकल सेंटर, फोकस ये तो तुहानूं याद ही है कन्वैक्स लेंस दे विच असीं किहड़ा फोकस यूज़ करते हुंदे हैं, जिधरली साइड ऑबजैक्ट रखोगे उस तो ओपोजिट साइड वाला फोकस यूज़ करते हुंदे रेज नूं कन्वर्ज या डाइवर्ज करवाउण वास्ते है ना। कन्वैक्स लेंस रेज नूं कन्वर्ज करता है, तो रेज नूं कन्वर्ज करवाउण वास्ते जिधर ऑबजैक्ट पई है उस तो ओपोजिट साइड वाला फोकस यूज़ करते हुंदे। मैं तुहानूं अपनी पहलां वालीआं वीडियोज़ 'च भी दस्सिया होया है ना बेटा। तो अकॉर्डिंग टू प्रिंसीपल के अकॉर्डिंग जिहड़ी ऑबजैक्ट असीं एनलार्ज करके देखना चाह रहे हैं उन्होंने तुसीं इस दे अंदर रखोगे, फोकस के अंदर है ना, फोकस तो दूर रखियो, फोकस के अंदर लाइक दिस इज ऑबजैक्ट। ठीक है, इसकी इमेज बनाने, इमेज बनाने वास्ते जिहड़ी रे एक रे तां यूज़ कर लो भी जिहड़ी प्रिंसीपल एक्सिस दे पैरेलल जाएगी वो किस चों पास आउट हो जाएगी बेटा, फोकस चो। एंड दूसरी रे जिहड़ी ऑप्टिकल सेंटर चो जाएगी इट गोज अनडेविएटेड, ऑप्टिकल सेंटर चो जाएगी गोज अनडेविएटेड। हुण ये वालियां दो रेज इधर तो मीट कर नहीं सकदियां है ना, इस रे नूं भी पिछे प्रोड्यूस कर लो बेटा, इस रे नूं भी पिछे प्रोड्यूस कर लो है ना, लाइक दिस। दोने रेज जिथे मीट कर गई है ना, अपीयर्स टू मीट, उत्थे बन जाएगी इमेज। फिर डायग्राम मैं क्लीयर करदा बेटा, जिथे दोने मीट कर गया उत्थे इमेज बन जाएगी। इत्थों आपां देख रहे होवांगे हेयर इज अवर आई, ठीक है बेटा। एंड ए फाइनल इमेज मैं थोनों पहले ही शुरू च दसता सीगा, फाइनल इमेज अपनी आई तो किन्नी डिस्टेंस ते बननी चाहिए बेटा, लीस्ट डिस्टेंस ऑफ डिस्टिंग विजन ते बननी चाहिए, लीस्ट डिस्टेंस ऑफ डिस्टिंग विजन ते, तां जो अपनी आई इस इमेज नूं जिन्नी मर्जी देर तक देखती रहे अपनी आईज ते किसी तरह का कोई स्ट्रैस या स्ट्रेन ना पवे। एवें ना होवे भी असी अपनी आई ने माइक्रोस्कोप यूज़ किया है ना, आईज ते स्ट्रैस पै गया, आई साइड डिफैक्ट हो गई, नहीं एवें नहीं होना चाहिए। फाइनल इमेज जिहड़ी बननी चाहिए है, फाइनल इमेज कित्थे बनेगी बेटा, फाइनल इमेज कित्थे बनेगी, लीस्ट डिस्टेंस ऑफ डिस्टिंग विजन ते बनेगी, आई तो लीस्ट डिस्टेंस ऑफ डिस्टिंग विजन ते 25 सेंटीमीटर ते, तां जो अपनी आई इस इमेज नूं जिन्नी मर्जी देर तक देखती रहे अपनी आई ते कोई स्ट्रैस या स्ट्रेन ना पवे। अच्छा बेटा असी बोलांगे आई नाल बट मैयर कित्थों करांगे लेंस तो, क्योंकि जिहड़ी आई है वो लेंस दे काफ़ी क्लोज है, जिन्ना डिस्टेंस लेंस तो होएगा उन्ना ही डिस्टेंस आई तो होएगा। तो तुसी बोलना आई नाल है
बट मैयर डायग्राम च बनाना किस नाल है? लेंस नाल। समझ आ गई? सारिया डायग्राम्स च बेटा जिन्नियां भी आपां डायग्राम्स बनावांगे ना इस चैप्टर्स च, असीं उन्हां च बोलांगे भी डिस्टेंस असीं कित्थों लिता? आई तो, ठीक है, बट असीं लवांगे कित्थों? लेंस तो। डायग्राम च शो लेंस तो करांगे, असीं बोलांगे या डेफिनेशन च लिखांगे कित्थों? आई तो, है ना, बिकॉज आई लेंस दे काफ़ी क्लोज है, जिन्ना डिस्टेंस आई तो होएगा उन्ना ही डिस्टेंस लेंस तो होएगा। सो फाइनल इमेज इज फॉर्म्ड एट लीस्ट डिस्टेंस ऑफ डिस्टिंक्शन। क्लियर बेटा? दैट इज द रे डायग्राम। क्लियर? समझ आ गई? अच्छा हुण इहदी मैगनीफाइंग पावर दी डेफिनेशन ध्यान नाल समझियो। डेफिनेशन मैगनीफाइंग पावर एम, एम दी डेफिनेशन, ठीक है। अच्छा भाई बेटा देखो एम दी डेफिनेशन तुसीं ऑलरेडी कीती हुई है लेंस फार्मूले च। ये डायग्राम भी तो सेम लेंस फार्मूले वाली डायग्राम है बेटा, नवी डायग्राम थोड़ी है कोई। लेंस फार्मूले च तुसीं जदों लेंस फार्मूले ड्राइव कीते सी, लेंस फार्मूले उस च कन्वैक्स लेंस दे दो केस कीते सीगे। एक केस का किया सी वैन कन्वैक्स लेंस फॉर्म्स रियल इमेज, दूसरा केस किया सी वैन कन्वैक्स लेंस फॉर्म्स वर्चुअल इमेज। वो वर्चुअल इमेज वाली डायग्राम है बेटा ये सारी, कोई नवी डायग्राम नहीं हैगी ये, है ना। चाहे तुसी मैच कर लियो नोट्स के विचों, सारी ये लेंस फार्मूले दे सैकेंड टॉपिक वर्चुअल इमेज वाली डायग्राम। उस च तुसी एम का फार्मूला कितना नहीं होया, तुसी लेंस फार्मूले च मैगनीफिकेशन का फार्मूला कितना होया ना बेटा, साइज ऑफ इमेज अपॉन साइज ऑफ ऑब्जैक्ट, है ना, जिहड़ा बनया सी H2/H1, ये फर्दर बनया सी V/U। याद है बेटा? बनया सी ना, बस वही यूज करना है। वट इज आई? साइज ऑफ इमेज। वट इज ओ? साइज ऑफ ऑब्जैक्ट, है ना। इस दे अकॉर्डिंग एम की डेफिनेशन बनेगी, है ना। एम इट मे बी डिफाइंड एज द रेशो ऑफ एंगल substance by image on eye to the angle substance by object on eye when both are at least distance of distinct vision। this is the definition of M। ਇਹਨੂੰ ਦੇਖ ਕੀ ਬਣਾਈਏ, ਜਿਵੇਂ M ਦੀ ਡੈਫੀਨੇਸ਼ਨ ਇਹ ਸੀ ਨਾ, ਰੇਸ਼ੋ ਆਫ ਸਾਈਜ਼ ਆਫ ਇਮੇਜ ਅਪੋਨ ਸਾਈਜ਼ ਆਫ ਆਬਜੈਕਟ। ਇਹ ਸਾਈਜ਼ ਦੀ ਫਾਰਮ 'ਚ ਬੋਲ ਰਿਹਾ ਮੈਂ, ਇਹ ਮੈਂ ਐਂਗਲ ਦੀ ਫਾਰਮ 'ਚ ਲਿਖੀ ਹੈ। ਜਿਵੇਂ ਇਹ ਹੈ ਨਾ M ਦੀ ਡੈਫੀਨੇਸ਼ਨ ਬੇਟਾ, ਸਾਈਜ਼ ਆਫ ਇਮੇਜ ਅਪੋਨ ਸਾਈਜ਼ ਆਫ ਆਬਜੈਕਟ, ਉਵੇਂ ਹੀ ਐਂਗਲ ਦੀ ਫਾਰਮ 'ਚ ਹੈ। ਇਟ ਮੇ ਬੀ ਡਿਫਾਈਨਡ ਐਜ਼ ਦ ਰੇਸ਼ੋ ਆਫ angle subtended by image on eye to the angle subtended by object on eye। इमेज का एंगल, इमेज ने आई ते किन्ने दा एंगल बनाया, ऑब्जैक्ट ने किन्ने दा एंगल बनाया, वैन दोने इक्को ही डिस्टेंस ते रखने ने बेटा, वैन बोथ आर एट लीस्ट डिस्टेंस ऑफ डिस्टिंक्ट विजन। क्लीयर? अच्छा असी एंगल डेफिनेशन च एंगल बोलिया जरूर आई नाल है, किस नाल बोलिया बेटा? आई नाल। लिखिया भी किस नाल है? आई नाल। बस जो डायग्राम च शो करांगे तो आई नाल नहीं शो करांगे, किस नाल शो करांगे? लेंस नाल। बिकॉज जिहड़ी आई है वो लेंस दे काफ़ी बेटा, आई लेंस दे काफ़ी क्लोज है, आई लेंस दे काफ़ी क्लोज है। जिन्ना एंगल आई ते बनेगा उन्ना ही एंगल लेंस ते बनेगा। तो असी है ना बोलांगे किस नाल? आई नाल। लिखांगे भी किस नाल? आई नाल। बट बनावांगे किस नाल? लेंस नाल। बी केयरफुल, इत्थे कन्फ्यूज ना होइयो भी सर बोली तो आई नाल जा रहे ने, लिखी भी आई नाल जा रहे ने, बनाई लेंस नाल जा रहे ने, है ना। तुसी भी एवें ही करना बेटा, बोलना भी आई नाल है, लिखना भी आई नाल है, तो बनाना किस नाल है बेटा? लेंस नाल। ठीक है, क्योंकि आई लेंस दे काफ़ी क्लोज है ना। जिन्ना एंगल आई ते बनेगा उन्ना ही एंगल लेंस ते बनेगा। तो आपां ने दो एंगल्स बनाने ने, है ना। एक तो दोनों नूं रखना कित्थे कित्थे, इमेज नूं भी ते ऑब्जैक्ट नूं भी कित्थे रखना बेटा? इक्को डिस्टेंस ते। किन्ने डिस्टेंस ते? लीस्ट डिस्टेंस ऑफ, किन्ने डिस्टेंस ते रखना? लीस्ट डिस्टेंस ऑफ डिस्टिंक्ट विजन। आ देखो, है ना बेटा।
ਤਾਂ ਆਪਣੀ ਇਮੇਜ ਡਾਇਗਰਾਮ ਤੇ ਆ ਜਾਓ ਬੇਟਾ। ਇਮੇਜ ਤਾਂ ਲੀਸਟ ਡਿਸਟੈਂਸ ਆਫ ਡਿਸਟਿੰਗੁਇਸ਼ਨ ਤੇ ਹੈਗੀ ਹੋਈ ਹੈ। ਆ ਇਮੇਜ ਹੈ, ਕਿੰਨੇ ਡਿਸਟੈਂਸ ਤੇ ਬੇਟਾ, ਲੀਸਟ ਡਿਸਟੈਂਸ ਆਫ ਡਿਸਟਿੰਗ। ਇਹਦਾ ਲੈਂਸ ਨਾਲ ਦੇਖ ਲਓ ਕਿੰਨਾ ਐਂਗਲ ਬਣ ਰਿਹਾ, ਲੈਂਸ ਨਾਲ ਆ ਐਂਗਲ ਬਣ ਰਿਹਾ ਬੇਟਾ। ਆ ਦੇਖੋ, ਮੈਂ ਤੁਹਾਨੂੰ ਸ਼ੋਅ ਕਰਤਾ ਨਾ, ਦੇਖੋ ਆ ਵਾਲਾ ਐਂਗਲ, ਆ ਵਾਲਾ, ਠੀਕ ਹੈ। that angle is angle formed by image on eye। ਬੋਲਾਂਗੇ ਵੀ ਆਈ ਨਾਲ, ਹੈ ਨਾ, ਲਿਖਾਂਗੇ ਵੀ ਆਈ ਨਾਲ, ਬਟ ਬਣਾਵਾਂਗੇ ਡਾਇਗਰਾਮ 'ਚ ਕਿਹਦੇ ਨਾਲ, ਲੈਂਸ ਨਾਲ। ਇਹ ਇਮੇਜ ਦਾ ਐਂਗਲ ਹੈ ਜਦੋਂ ਇਮੇਜ ਲੀਸਟ ਡਿਸਟੈਂਸ ਆਫ ਡਿਸਟਿੰਗੁਇਸ਼ਨ ਤੇ ਹੈ। ਕਹਿੰਦੇ ਓਬਜੈਕਟ ਨੂੰ ਵੀ ਇੱਥੇ ਹੀ ਲੈਟ ਕਰ ਲਓ, ਰੱਖਣੀ ਨਹੀਂ ਹੈ, ਸਿਰਫ ਇਮੈਜਿਨ ਕਰਨਾ। ਓਬਜੈਕਟ ਨੂੰ ਵੀ ਉਰੇ ਹੀ ਇਮੈਜਿਨ ਕਰ ਲਓ ਬੇਟਾ, ਉਰੇ ਹੀ, ਇਸੇ ਪੋਜੀਸ਼ਨ ਤੇ। ਓਬਜੈਕਟ ਦਾ ਵੀ ਐਂਗਲ ਬਣਾ ਲਓ ਲੈਂਸ ਨਾਲ, ਹੈ ਨਾ। ਦਿਸ ਇਜ਼ ਐਂਗਲ ਫੋਰਮਡ ਬਾਈ ਓਬਜੈਕਟ ਔਨ ਆਈ, ਠੀਕ ਹੈ। ਤਾਂ ਬੇਟਾ ਡਾਇਗਰਾਮ 'ਚ ਦੇਖੋ, ਇਮੇਜ ਨੇ ਆਈ ਤੇ ਕਿੰਨਾ ਐਂਗਲ ਬਣਾਇਆ, ਜਾਂ ਇਮੇਜ ਨੇ ਲੈਂਸ ਤੇ ਕਿੰਨਾ ਐਂਗਲ ਬਣਾਇਆ, ਬੀਟਾ, ਐਂਡ ਓਬਜੈਕਟ ਨੇ ਲੈਂਸ ਤੇ ਕਿੰਨਾ ਐਂਗਲ ਬਣਾਇਆ, ਅਲਫਾ। ਵੈਨ ਇਮੇਜ ਐਂਡ ਓਬਜੈਕਟ ਬੋਥ ਆਰ ਐਟ ਲੀਸਟ ਡਿਸਟੈਂਸ ਆਫ ਡਿਸਟਿੰਗੁਇਸ਼ਨ, ਹੈ ਨਾ। ਓਬਜੈਕਟ ਵੀ ਕਿੱਥੇ ਰੱਖਤੀ ਆਪਾਂ ਨੇ, ਕਿੱਥੇ, ਇਮੈਜਿਨ ਕਰ ਲਈ, ਰੱਖੀ ਨਹੀਂ ਹੈਗੀ, ਇਮੈਜਿਨ ਕੀਤੀ ਹੈ ਵੀ। ਅਗਰ ਓਬਜੈਕਟ ਵੀ ਇੱਥੇ ਹੁੰਦੀ ਲੀਸਟ ਡਿਸਟੈਂਸ ਆਫ ਡਿਸਟਿੰਗੁਇਸ਼ਨ ਤੇ, ਤਾਂ ਉਹਦਾ ਐਂਗਲ ਬਣ ਰਿਹਾ ਅਲਫਾ। ਜਦੋਂ ਇਮੇਜ ਵੀ ਕਿੱਥੇ, ਲੀਸਟ ਡਿਸਟੈਂਸ ਡਿਸਟਿੰਗੁਇਸ਼ਨ ਤੇ, ਫਿਰ ਉਹਦਾ ਐਂਗਲ ਕਿੰਨਾ ਬਣ ਰਿਹਾ, ਬੀਟਾ। ਐਂਡ ਡੈਫੀਨੇਸ਼ਨ ਦੇ ਅਕੋਰਡਿੰਗ ਟੂ ਡੈਫੀਨੇਸ਼ਨ, ਇਹ ਡੈਫੀਨੇਸ਼ਨ ਇਸ ਦੇ ਅਕੋਰਡਿੰਗ ਹੀ ਬਣੀ ਹੈ ਬੇਟਾ। ਜਿਵੇਂ ਇਹ ਸਾਈਜ਼ ਦੀ ਫੋਰਮ 'ਚ ਹੈ, ਬਸ ਇਹ ਐਂਗਲ ਦੀ ਫੋਰਮ 'ਚ ਹੈ। ਜਿਵੇਂ ਆਪਾਂ ਨੇ ਡੈਫੀਨੇਸ਼ਨ ਸਾਈਜ਼ ਦੀ ਫੋਰਮ 'ਚ ਕੀਤੀ ਹੋਈ ਹੈ ਨਾ, ਮੈਗਨੀਫਿਕੇਸ਼ਨ ਮੇ ਬੀ ਡਿਫਾਈਨਡ ਐਜ਼ ਰੇਸ਼ੋ ਆਫ ਸਾਈਜ਼ ਆਫ ਇਮੇਜ ਟੂ ਦਾ ਸਾਈਜ਼ ਆਫ ਓਬਜੈਕਟ, ਇਹ ਐਂਗਲ ਦੀ ਫੋਰਮ 'ਚ ਹੈ। ਇਟ ਮੇ ਬੀ ਡਿਫਾਈਨਡ ਐਜ਼ ਦਾ ਰੇਸ਼ੋ ਆਫ ਐਂਗਲ ਸਬਸਟੈਂਡਸ ਬਾਈ ਇਮੇਜ ਔਨ ਆਈ ਟੂ ਦਾ ਐਂਗਲ ਸਬਸਟੈਂਡ ਬਾਈ ਓਬਜੈਕਟ ਔਨ ਆਈ ਵੈਨ ਬੋਥ ਆਰ ਐਟ ਲੀਸਟ ਡਿਸਟੈਂਸ ਆਫ ਡਿਸਟਿੰਗੁਇਸ਼ਨ, ਠੀਕ ਹੈ। ਤਾਂ ਬੇਟਾ ਐਮ ਦੀ ਡੈਫੀਨੇਸ਼ਨ ਦੇ ਅਕੋਰਡਿੰਗ ਐਮ ਦਾ ਫਾਰਮੂਲਾ ਬਣਿਆ ਬੀਟਾ, ਐਂਗਲ ਸਬਸਟੈਂਡ ਬਾਈ ਇਮੇਜ upon angle subtends by object, m is equal to beta by alpha। ਇਹ ਇਮੇਜ ਦਾ ਐਂਗਲ ਹੈ ਬੇਟਾ, ਆ ਦੇਖੋ ਇਮੇਜ ਦਾ ਐਂਗਲ ਬੀਟਾ, ਐਂਡ ਓਬਜੈਕਟ ਦਾ ਐਂਗਲ ਹੈਗਾ ਅਲਫਾ। ਕਲੀਅਰ। ਅੱਛਾ ਹੁਣ ਲਿਸਨ, ਜਿਹੜੇ ਇਹ ਐਂਗਲਸ ਹੈ ਇਹ ਸਮੋਲ ਨੇ। ਵਾਈ? ਕਿਉਂਕਿ ਤੁਸੀਂ ਆਪ ਸੋਚੋ ਅਸੀਂ ਕੀ ਦੇਖ ਰਹੇ ਹਾਂ। ਸਿੰਪਲ ਮਾਈਕਰੋਸਕੋਪ ਦੀ ਹੈਲਪ ਦੇ ਨਾਲ ਅਸੀਂ ਕੀ ਦੇਖਾਂਗੇ, ਛੋਟੇ ਛੋਟੇ ਟਾਈਨੀ ਓਬਜੈਕਟਸ ਦੇਖਾਂਗੇ। ਬਿਕੋਜ਼ ਓਬਜੈਕਟਸ ਟਾਈਨੀ ਨੇ, ਤਾਂ ਬੇਟਾ ਉਹਨਾਂ ਦੇ ਐਂਗਲਸ ਕੀ ਹੋਣਗੇ, ਸਮੋਲ, ਹੈ ਨਾ। ਐਂਗਲਸ ਅਗਰ ਸਮੋਲ ਹੋਣਗੇ ਤਾਂ, ਹੈ ਨਾ, ਆਪਾਂ ਜੇ ਥੀਟਾ ਸਮੋਲ ਹੋਵੇ ਤਾਂ ਥੀਟਾ, ਸਾਈਨ ਥੀਟਾ ਐਂਡ ਟੈਂਜੈਂਟ ਥੀਟਾ, ਇਹ ਅਪਰੋਕਸੀਮੇਟਲੀ ਕੀ ਹੁੰਦੇ ਨੇ, ਇਕੁਅਲ। ਆਪਾਂ ਆਪਣੀ ਕਨਵੀਨੀਅੰਸ ਦੇ ਅਕੋਰਡਿੰਗ ਤਿੰਨਾਂ 'ਚੋਂ ਕਿਸੇ ਨੂੰ ਵੀ ਇੱਕ ਦੂਜੇ ਨਾਲ ਕੀ ਕਰ ਸਕਦੇ ਹੁੰਦੇ ਆ, ਰਿਪਲੇਸ ਕਰ ਸਕਦੇ ਹੁੰਦੇ ਨਾ ਬੇਟਾ। ਤਿੰਨਾਂ 'ਚੋਂ ਕਿਸੇ ਨੂੰ ਵੀ ਇੱਕ ਦੂਜੇ ਨਾਲ ਰਿਪਲੇਸ ਕਰ ਸਕਦੇ ਹੁੰਦੇ ਆ। ਤਾਂ ਬਿਕੋਜ਼ ਅਲਫਾ ਬੀਟਾ ਸਮੋਲ ਹੈ, ਅਸੀਂ ਇਹਨਾਂ ਨੂੰ ਵੀ ਸਾਈਨ ਥੀਟਾ ਜਾਂ ਟੈਂਜੈਂਟ ਥੀਟਾ ਦੀ ਫੋਰਮ 'ਚ ਕਨਵਰਟ ਕਰ ਸਕਦੇ ਹਾਂ। ਪਹਿਲਾਂ ਵੀ ਕੀਤਾ ਹੋਇਆ ਨਾ ਕੰਸੈਪਟ ਇਹ, ਹਾਂ। ਤਾਂ ਬਿਕੋਜ਼ ਐਂਗਲ ਸਮੋਲ ਨੇ, ਅਸੀਂ ਇਹਨਾਂ ਨੂੰ ਇਹਨਾਂ ਦੇ ਟੈਂਜੈਂਟਸ ਨਾਲ ਰਿਪਲੇਸ ਕਰਤਾ ਆਪਣੀ ਕਨਵੀਨੀਅੰਸ ਦੇ ਅਕੋਰਡਿੰਗ। ਹੁਣ ਜਿਹੜਾ ਟੈਂਜੈਂਟ ਹੁੰਦਾ ਬੇਟਾ ਪਰਪੈਂਡੀਕੂਲਰ ਅਪੋਨ ਬੇਸ। ਟੈਂਜੈਂਟ ਬੀਟਾ, ਲਿਸਨ, ਟੈਂਜੈਂਟ ਬੀਟਾ ਆਪਾਂ ਆਹ ਵਾਲੀ, ਆ ਜਿਹੜੀ ਛੋਟੀ ਜਿਹੀ ਟ੍ਰਾਇੰਗਲ ਦਿਖ ਰਹੀ ਹੈ ਨਾ ਤੁਹਾਨੂੰ, ABC, ਇੱਥੋਂ ਫਾਈਂਡ ਆਊਟ ਕਰ ਲਓ ਟੈਂਜੈਂਟ ਬੀਟਾ। ਸਮਝ ਗਏ? ਚਲੋ ਮੈਂ ਤੁਹਾਨੂੰ ਇੱਥੇ ਸਾਈਡ 'ਤੇ ਸ਼ੋਅ ਕਰਕੇ ਦਿਖਾਉਂਦਾ ਬੇਟਾ। ਇੱਥੇ ਸੁਣੋ, ਇਹ ਦੋ ਤਰੀਕਿਆਂ ਨਾਲ ਮੂਵ ਕੀਤਾ ਜਾ ਸਕਦਾ ਕੁਐਸਚਨ। ਆਪਣਾ ਫਾਰਮੂਲਾ ਐਮ ਦਾ ਬਣਿਆ ਟੈਂਜੈਂਟ ਬੀਟਾ, ਟੈਂਜੈਂਟ ਅਲਫਾ, ਟੈਂਜੈਂਟ ਬੀਟਾ, ਟੈਂਜੈਂਟ ਅਲਫਾ। ਲਿਸਨ, ਹੁਣ ਟੈਂਜੈਂਟ ਬੀਟਾ ਦੀ ਇੱਕ ਤਾਂ ਨਾ ਸਟੂਡੈਂਟ ਆ ਵੱਡੀ ਟ੍ਰਾਇੰਗਲ ਲੈਂਦੇ ਹੁੰਦੇ ਨੇ, ਆਹ ਵਾਲੀ ਵੱਡੀ, ਜਾਂ ਵੱਡੀ ਟ੍ਰਾਇੰਗਲ ਤੋਂ ਬੀਟਾ ਬਣਿਆ, ਹੈ ਨਾ। ਇਸ ਟ੍ਰਾਇੰਗਲ ਤੋਂ ਕਰੋਗੇ, ਇਸ ਟ੍ਰਾਇੰਗਲ ਤੋਂ ਪਰਪੈਂਡੀਕੂਲਰ ਅਪੋਨ ਬੇਸ, ਪਰਪੈਂਡੀਕੂਲਰ ਬਣੇਗਾ A1 B1, ਬੇਸ ਬਣੇਗਾ B1C, ਵੱਡੀ ਟ੍ਰਾਇੰਗਲ ਤੋਂ, ਟ੍ਰਾਇੰਗਲ A1 B1C ਤੋਂ। ਟੈਂਜੈਂਟ ਅਲਫਾ ਛੋਟੀ ਟ੍ਰਾਇੰਗਲ ਤੋਂ ਲੈਂਦੇ ਨੇ, ਆਹ ਵਾਲੀ ਛੋਟੀ ਟ੍ਰਾਇੰਗਲ ਤੋਂ, ਇਸ ਤੋਂ ਟੈਂਜੈਂਟ ਅਲਫਾ ਲੈਂਦੇ ਨੇ। ਅਲਫਾ ਵਾਲੀ ਟ੍ਰਾਇੰਗਲ ਤੋਂ ਟੈਂਜੈਂਟ ਅਲਫਾ ਲੈ ਲੈਂਦੇ ਨੇ। ਪਰਪੈਂਡੀਕੂਲਰ ਅਪੋਨ ਬੇਸ A B1 ਅਪੋਨ B1C, B1C ਨਾਲ B1C ਕੱਟਿਆ ਗਿਆ, A1 B1 ਅਪੋਨ A B1, A B1 ਦੀ ਜਗ੍ਹਾ AB ਯੂਜ਼ ਕਰ ਲੈਂਦੇ ਨੇ।
ਬਿਕੋਜ਼ AB1 AB ਦੇ ਇਕੁਅਲ ਹੈ, AB ਵੀ ਓਬਜੈਕਟ ਹੈ, AB1 ਵੀ ਓਬਜੈਕਟ ਹੈ, ਤਾਂ AB1 ਦੀ ਜਗ੍ਹਾ ਕੀ ਲੈ ਲੈਂਦੇ ਨੇ ਬੇਟਾ AB, ਹੈ ਨਾ। ਤਾਂ A1 B1 ਬਣ ਗਈ ਇਮੇਜ, AB ਕੀ ਬਣ ਗਿਆ ਓਬਜੈਕਟ। ਫਾਰਮੂਲਾ M ਦਾ ਹਾਈਟ ਦੀ ਫਾਰਮ 'ਚ ਬਣ ਜਾਏਗਾ ਜੇ ਤੁਸੀਂ ਵੱਡੀ ਟ੍ਰਾਇੰਗਲ ਤੋਂ ਲਓਗੇ। ਟੈਂਜੈਂਟ ਬੀਟਾ ਦੀ ਵੈਲਿਊ, ਅਗਰ ਟੈਂਜੈਂਟ ਬੀਟਾ ਦੀ ਵੈਲਿਊ ਵੱਡੀ ਟ੍ਰਾਇੰਗਲ ਤੋਂ ਲਓਗੇ, ਵੱਡੀ ਟ੍ਰਾਇੰਗਲ ਤੋਂ, ਫਿਰ ਇਹ ਫਾਰਮੂਲਾ H2/H1 ਦੀ ਫਾਰਮ 'ਚ ਬਣ ਜਾਏਗਾ। ਹਾਂ ਬਟ ਅਗਰ ਟੈਂਜੈਂਟ ਬੀਟਾ ਦੀ ਵੈਲਿਊ ਛੋਟੀ ਟ੍ਰਾਇੰਗਲ ਤੋਂ ਲਓਗੇ, ਇੱਥੋਂ ਵੀ ਤਾਂ ਬਣਦੀ ਹੈ ਨਾ ਟੈਂਜੈਂਟ ਬੀਟਾ ਦੀ ਵੈਲਿਊ, ਇੱਥੋਂ ਵੀ ਪੁੱਟ ਕਰਕੇ ਦੇਖੋ, ਹੈ ਨਾ। ਟੈਂਜੈਂਟ ਬੀਟਾ ਆ ਛੋਟੀ ਟ੍ਰਾਇੰਗਲ ਤੋਂ, ਪਰਪੈਂਡੀਕੂਲਰ ਅਪੋਨ ਬੇਸ AB ਅਪੋਨ BC, ਹੈ ਨਾ। ਐਂਡ ਟੈਂਜੈਂਟ ਅਲਫਾ ਦੀ ਵੈਲਿਊ ਆ ਛੋਟੀ ਆ ਵਾਲੀ ਟ੍ਰਾਇੰਗਲ ਤੋਂ, ਅਲਫਾ ਵਾਲੀ ਟ੍ਰਾਇੰਗਲ ਤੋਂ, ਪਰਪੈਂਡੀਕੂਲਰ ਅਪੋਨ ਬੇਸ, ਪਰਪੈਂਡੀਕੂਲਰ ਹੈਗਾ AB1 ਅਪੋਨ B1C, AB1 ਅਪੋਨ B1C, B1C ਉੱਪਰ ਜਾਏਗਾ, BC ਨੀਚੇ ਆਏਗਾ, AB ਨਾਲ AB1 ਕੱਟਿਆ ਜਾਏਗਾ ਕਿਉਂਕਿ ਜਿਹੜਾ AB ਹੈ ਉਹ AB1 ਦੇ ਇਕੁਅਲ ਹੈ। AB ਇਜ਼ ਇਕੁਅਲ ਟੂ AB1, AB ਨਾਲ AB1 ਕੱਟਿਆ ਜਾਏਗਾ, B1C ਉੱਪਰ BC ਨੀਚੇ, B1C ਉੱਪਰ BC ਨੀਚੇ, ਹੈ ਨਾ। ਵਟ ਇਜ਼ B1C? B1C ਕੀ ਹੈ ਬੇਟਾ? ਇਟ ਇਜ਼ ਇਮੇਜ ਡਿਸਟੈਂਸ, ਇਟ ਇਜ਼ ਇਮੇਜ ਡਿਸਟੈਂਸ V, ਸੈਂਟਰ ਤੋਂ ਇਮੇਜ ਤੱਕ ਦਾ ਡਿਸਟੈਂਸ ਹੈ V, ਹੈ ਨਾ। ਵਟ ਇਜ਼ BC? BC ਇਜ਼ ਓਬਜੈਕਟ ਡਿਸਟੈਂਸ U, ਐਂਡ ਦੋਨੇ ਹੀ ਇੰਸੀਡੈਂਟ ਰੇਜ਼ ਤੋਂ ਓਪੋਜ਼ਿਟ ਹੈ। ਦੇਖੋ ਆਹ ਵਾਲਾ U ਵੀ ਇੰਸੀਡੈਂਟ ਰੇ ਨਾਲੋਂ ਓਪੋਜ਼ਿਟ ਹੈ, ਨੈਗੇਟਿਵ 'ਚ ਲਵਾਂਗੇ। ਆਹ ਵਾਲਾ V ਵੀ ਇੰਸੀਡੈਂਟ ਰੇ ਨਾਲੋਂ ਓਪੋਜ਼ਿਟ ਹੈ, ਨੈਗੇਟਿਵ 'ਚ ਲਵਾਂਗੇ। B1C ਮਾਈਨਸ V, BC ਮਾਈਨਸ U, ਫਾਰਮੂਲਾ ਬਣ ਜਾਏਗਾ V/U। ਇਹ ਦੋਨੇ ਹੀ ਫਾਰਮੂਲੇ ਤੁਹਾਨੂੰ ਆਲਰੇਡੀ ਮੈਂ ਕਰਵਾ ਚੁੱਕਿਆ ਲੈਂਜ਼ ਫਾਰਮੂਲਿਆਂ 'ਚ। ਆ ਦੇਖੋ ਆ ਕਰਵਾਏ ਨੇ ਬੇਟਾ ਮੈਂ ਤੁਹਾਨੂੰ, ਮੈਂ ਲੈਂਜ਼ ਫਾਰਮੂਲੇ ਕੀਤੇ ਸੀ। ਉਹਨਾਂ 'ਚ ਇੱਕ ਫਾਰਮੂਲਾ ਆਪਾਂ ਨੇ H2/H1 ਦੀ ਫਾਰਮ 'ਚ ਕੀਤਾ ਸੀ, ਇੱਕ ਫਾਰਮੂਲਾ V/U ਦੀ ਫਾਰਮ 'ਚ ਕੀਤਾ ਸੀ। ਇਹ ਆਪਾਂ ਦੋਨੇ ਫਾਰਮੂਲੇ ਦੇਖੋ ਉਰੇ ਬਣਾ ਲਏ, H2/H1 ਦੀ ਫਾਰਮ 'ਚ ਵੀ ਬਣਾ ਲਿਆ, V/U ਦੀ ਫਾਰਮ 'ਚ ਵੀ ਬਣਾ ਲਿਆ, ਠੀਕ ਹੈ। ਅਗਰ ਤੁਸੀਂ ਵੱਡੀ ਟ੍ਰਾਇੰਗਲ ਲੈ ਕੇ ਚੱਲੋਗੇ, ਵੱਡੀ ਟ੍ਰਾਇੰਗਲ ਟੈਂਜੈਂਟ ਬੀਟਾ ਵਾਸਤੇ ਕਹਿ ਰਿਹਾ ਮੈਂ, ਟੈਂਜੈਂਟ ਅਲਫਾ ਵਾਸਤੇ ਤਾਂ ਇੱਕੋ ਹੀ ਟ੍ਰਾਇੰਗਲ ਹੈ ਆਹੀ ਵਾਲੀ, ਹੈ ਨਾ। ਟੈਂਜੈਂਟ ਬੀਟਾ ਦੀਆਂ ਦੋ ਟ੍ਰਾਇੰਗਲਸ ਬਣਦੀਆਂ ਨੇ, ਇੱਕ ਵੱਡੀ ਟ੍ਰਾਇੰਗਲ ਬਣਦੀ ਹੈ, ਇੱਕ ਛੋਟੀ ਟ੍ਰਾਇੰਗਲ ਬਣਦੀ ਹੈ। ਵੱਡੀ ਟ੍ਰਾਇੰਗਲ ਲੈ ਕੇ ਚੱਲੋਗੇ ਤਾਂ H2/H1 ਦੀ ਫਾਰਮ 'ਚ ਬਣ ਜਾਏਗਾ। ਜੇ ਛੋਟੀ ਟ੍ਰਾਇੰਗਲ ਤੋਂ ਲਓਗੇ ਟੈਂਜੈਂਟ ਬੀਟਾ ਤਾਂ ਉਹ V/U ਦੀ ਫਾਰਮ 'ਚ ਬਣ ਜਾਏਗਾ, ਠੀਕ ਹੈ। ਮੈਂ ਛੋਟੀ ਟ੍ਰਾਇੰਗਲ ਤੋਂ ਲੈ ਕੇ ਚੱਲ ਰਿਹਾ ਬੇਟਾ, ਤੁਹਾਡੇ ਨੋਟਸ 'ਚ ਵੀ ਨਾ ਛੋਟੀ ਟ੍ਰਾਇੰਗਲ ਤੋਂ ਲੈ ਕੇ ਹੀ ਕੀਤਾ ਹੋਇਆ। ਤਾਂ ਛੋਟੀ ਟ੍ਰਾਇੰਗਲ ਤੋਂ ਮੈਂ ਆਹ ਫਾਰਮੂਲਾ ਬਣਾ ਲੈਂਦਾ, ਟੈਂਜੈਂਟ ਬੀਟਾ ਛੋਟੀ ਟ੍ਰਾਇੰਗਲ ਤੋਂ ਬੇਟਾ, ਛੋਟੀ ਟ੍ਰਾਇੰਗਲ ਤੋਂ ਟੈਂਜੈਂਟ ਬੀਟਾ ਕਿੰਨਾ ਬਣਦਾ ਹੈ? AB/BC, ਮੈਂ ਇੱਥੇ ਲਿਖ ਲਿਆ ਦੇਖੋ AB/BC, ਠੀਕ ਹੈ। ਐਂਡ ਟੈਂਜੈਂਟ ਅਲਫਾ ਦੀ ਵੈਲਿਊ ਇਸ ਟ੍ਰਾਇੰਗਲ ਤੋਂ ਬੇਟਾ, ਇਸ ਤੋਂ ਪਰਪੈਂਡੀਕੂਲਰ ਅਪੋਨ ਬੇਸ AB1/B1C, AB1/B1C, ਹੈ ਨਾ। ਕਲੀਅਰ ਬੇਟਾ? ਤਾਂ ਹੁਣ ਆਪਾਂ ਨੇ ਦੇਖੋ ਜਿਹੜਾ ਆ ਦੇਖੋ ਡਾਇਗਰਾਮ 'ਚ AB ਹੈ, AB ਇਜ਼ ਇਕੁਅਲ ਟੂ AB1, ਹੈ ਨਾ। AB ਇਜ਼ ਇਕੁਅਲ ਟੂ AB1, AB ਨਾਲ AB1 ਕੱਟਿਆ ਗਿਆ, B1C ਉੱਪਰ ਜਾਏਗਾ, BC ਨੀਚੇ ਆਏਗਾ। M ਦਾ ਫਾਰਮੂਲਾ ਬਣ ਗਿਆ B1C ਅਪੋਨ BC। B1C ਆ ਦੇਖੋ B1C ਕਿੰਨਾ ਬੇਟਾ? -V, -V ਪੁੱਟ ਕਰਤਾ, BC ਹੈਗਾ -U, ਹੈ ਨਾ। ਮਾਈਨਸ ਆ ਮਾਈਨਸ ਕੈਂਸਲ, V/U, ਫਾਰਮੂਲਾ V/U ਦੀ ਫਾਰਮ 'ਚ ਬਣ ਗਿਆ। ਹੁਣ ਅਕੋਰਡਿੰਗ ਟੂ ਲੈਂਜ਼ ਫਾਰਮੂਲਾ ਇਹਨੂੰ ਮੋਡੀਫਾਈ ਕਰਦੇ ਆ ਬੇਟਾ, ਟੋਪਿਕ ਤਾਂ ਖਤਮ ਹੋ ਚੁੱਕਿਆ, ਇਹਨੂੰ ਮੋਡੀਫਾਈ ਕਰਦੇ ਆ ਫਾਰਮੂਲੇ ਨੂੰ। ਲੈਂਜ਼ ਫਾਰਮੂਲਾ ਦੇ ਅਕੋਰਡਿੰਗ 1/V ਮਾਈਨਸ 1/U 1/F ਹੁੰਦਾ। ਥਰੂ ਆਊਟ V ਨਾਲ ਮਲਟੀਪਲਾਈ ਕਰ ਦਿਓ, V/V, V/U, V/F, ਮਲਟੀਪਲਾਈ ਕੀਤਾ ਥਰੂ ਆਊਟ ਬਾਏ V, ਕਲੀਅਰ। ਅੱਛਾ ਓਕੇ, ਇਹ ਬਣ ਗਿਆ V/V, ਕਿੰਨਾ ਬਣ ਗਿਆ ਬੇਟਾ? 1, V/U, V/F, V/F ਇੱਧਰ ਲਿਆਓ, V/U ਉੱਧਰ ਲੈ ਜਾਓ, 1 ਮਾਈਨਸ V/F ਇਜ਼ ਇਕੁਅਲ ਟੂ V/U। ਐਗਰੀਡ? ਐਗਰੀਡ? ਇਹ M ਦਾ ਫਾਰਮੂਲਾ ਬਣ ਗਿਆ ਬੇਟਾ, M ਇਜ਼ ਇਕੁਅਲ ਟੂ V/U ਹੁੰਦਾ। V/U ਆਪਣੇ ਕੋਲ ਕਿਸ ਦੇ ਇਕੁਅਲ ਆ ਗਿਆ? 1 ਮਾਈਨਸ V/F, ਹੈ ਨਾ। ਹੁਣ ਅਗਰ ਆਪਾਂ 4 ਨੂਮੈਰੀਕਲਸ ਪੁੱਟ ਕਰੀਏ, 4 ਨੂਮੈਰੀਕਲਸ, ਜਦੋਂ ਨੂਮੈਰੀਕਲਸ ਕਰਨੇ ਨੇ, ਹੈ ਨਾ ਬੇਟਾ, ਤਾਂ ਆਪਣਾ ਜਿਹੜਾ V ਹੈ ਦੇਖੋ V, ਇਹ V ਕਿੰਨਾ ਪੁੱਟ ਕਰਾਂਗੇ ਅਸੀਂ?
ਜਿਹੜੀ ਫਾਈਨਲ ਇਮੇਜ ਬਣੇਗੀ ਕਿੱਥੇ ਬਣੇਗੀ, ਲੀਸਟ ਡਿਸਟੈਂਸ ਆਫ ਡਿਸਟਿੰਗ ਵਿਜ਼ਨ। ਲੀਸਟ ਡਿਸਟੈਂਸ ਆਫ ਡਿਸਟਿੰਗ ਵਿਜ਼ਨ ਕਿੰਨਾ ਹੁੰਦਾ, 25 ਸੈਂਟੀਮੀਟਰ, ਹੈ ਨਾ। ਤਾਂ ਆਪਾਂ v ਦੀ ਵੈਲਿਊ, ਹੈ ਨਾ, ਫੋਰ ਨੂਮੈਰੀਕਲਸ ਜਿਹੜਾ ਫਾਈਨਲ v ਹੈ ਇਹ ਕਿਸ ਦੇ ਇਕੁਅਲ ਆਏਗਾ, -25 ਸੈਂਟੀਮੀਟਰ, ਹੈ ਨਾ, -25 ਸੈਂਟੀਮੀਟਰ। ਇੱਥੇ ਪੁੱਟ ਕਰ ਦੋਗੇ m ਇਜ਼ ਇਕੁਅਲ ਟੂ 1 ਮਾਈਨਸ d/f। ਤਾਂ m ਦਾ ਫਾਰਮੂਲਾ, ਫਾਈਨਲ ਫਾਰਮੂਲਾ ਫੋਰ m ਇਹ ਬਣ ਗਿਆ 1 + d/f ਫੋਰ ਨੂਮੈਰੀਕਲਸ। ਤੁਸੀਂ ਇਹ ਫਾਰਮੂਲਾ ਲਗਾ ਕੇ, ਠੀਕ ਹੈ, ਇਹ ਮੈਗਨੀਫਾਈਂਗ ਪਾਵਰ ਸਿੰਪਲ ਮਾਈਕਰੋਸਕੋਪ ਦੀ ਫਾਈਂਡ ਆਊਟ ਕਰ ਸਕਦੇ ਹੋ। ਇਸ 'ਚ d ਹੋ ਗਿਆ ਲੀਸਟ ਡਿਸਟੈਂਸ ਆਫ ਡਿਸਟਿੰਗ ਵਿਜ਼ਨ ਫੋਰ ਨੂਮੈਰੀਕਲਸ। ਨਾਓ d ਆਪਾਂ ਨੇ 25 ਸੈਂਟੀਮੀਟਰ ਹੀ ਪੁੱਟ ਕਰਨਾ ਹੈ, ਕਿਉਂਕਿ ਉਹਦਾ ਜਿਹੜਾ ਮਾਈਨਸ ਸੀ ਉਹ d ਮਾਈਨਸ 'ਚ ਸੀਗਾ ਨਾ ਬੇਟਾ, ਹੈ ਨਾ, ਮਾਈਨਸ, ਕਿਉਂਕਿ ਇੰਸੀਡੈਂਟ ਰੇਜ਼ ਨਾਲੋਂ ਓਪੋਜ਼ਿਟ ਡਾਇਰੈਕਸ਼ਨ 'ਚ ਤਾਂ d ਕਿਸ 'ਚ ਲਓਗੇ, ਮਾਈਨਸ। ਤਾਂ ਇੱਥੇ ਮਾਈਨਸ 'ਚ ਨਹੀਂ ਪੁੱਟ ਕਰਨਾ। ਕਿਉਂ ਨਹੀਂ ਪੁੱਟ ਕਰਨਾ, ਕਿਉਂਕਿ ਜਿਹੜਾ ਅਸੀਂ ਫਾਰਮੂਲਾ ਬਣਾਇਆ ਇਸ 'ਚ ਅਸੀਂ ਦੇਖੋ ਮਾਈਨਸ ਪੁੱਟ ਕਰਤਾ, ਆ ਸੀਗਾ, ਹੈ ਨਾ। ਇਹ ਇੱਥੇ -25 ਸੈਂਟੀਮੀਟਰ ਹੀ ਪੁੱਟ ਕਰਨਾ ਚਾਹੀਦਾ ਸੀ ਮੈਨੂੰ, ਹੈ ਨਾ, -25, 25 ਦੀ ਜਗ੍ਹਾ ਮੈंने d ਪੁੱਟ ਕਰਤਾ ਬਸ, ਹੈ ਨਾ। ਉਹ ਮਾਈਨਸ ਪੁੱਟ ਕਰਤਾ, ਮਾਈਨਸ ਪੁੱਟ ਕਰਕੇ ਹੀ ਫਾਰਮੂਲਾ ਬਣਿਆ। ਤਾਂ ਤੁਸੀਂ ਹੁਣ ਜਦੋਂ ਨੂਮੈਰੀਕਲ ਕਰੋਗੇ ਦੁਆਰ ਤੋਂ d ਮਾਈਨਸ 'ਚ ਨਹੀਂ ਲੈਣਾ, d ਦੀ ਵੈਲਿਊ ਸਿਰਫ ਕਿੰਨੀ ਪੁੱਟ ਕਰਿਆ ਕਰੋਗੇ, 25 ਸੈਂਟੀਮੀਟਰ। ਮਾਈਨਸ 'ਚ ਨਹੀਂ ਪੁੱਟ ਕਰਨਾ, ਕਿਉਂਕਿ ਅਸੀਂ ਇਸ ਫਾਰਮੂਲੇ 'ਚ ਆਲਰੇਡੀ ਮਾਈਨਸ ਪੁੱਟ ਕਰਤਾ, ਕਰਕੇ ਹੀ ਅਸੀਂ ਇਹ ਫਾਰਮੂਲਾ ਬਣਾਇਆ। ਸੋ ਜਦੋਂ ਨੂਮੈਰੀਕਲਸ ਕਰੋਗੇ ਤਾਂ ਨੂਮੈਰੀਕਲਸ ਕਰਦੇ ਹੋਏ ਇਸ ਚੀਜ਼ ਦਾ ਖਿਆਲ ਰੱਖਿਓ ਬੇਟਾ ਵੀ ਜਿਹੜਾ ਅਸੀਂ d ਹੈ ਉਹ ਪੋਜ਼ਿਟਿਵ 'ਚ ਹੀ ਪੁੱਟ ਕਰਨਾ, ਨੈਗੇਟਿਵ 'ਚ ਨਹੀਂ ਪੁੱਟ ਕਰਨਾ। ਕਲੀਅਰ। ਸੋ ਦਿਸ ਇਜ਼ ਦਾ ਮੈਗਨੀਫਾਈਂਗ ਪਾਵਰ ਆਫ ਸਿੰਪਲ ਮਾਈਕਰੋਸਕੋਪ। ਸਿੰਪਲ ਮਾਈਕਰੋਸਕੋਪ ਬਾਰੇ ਥੋੜ੍ਹਾ ਜਿਹਾ ਆਪਾਂ ਰੀਕੈਪ ਕਰ ਲੈਂਦੇ ਹਾਂ। ਸਿੰਪਲ ਮਾਈਕਰੋਸਕੋਪ ਕੀ ਹੁੰਦਾ ਤੁਹਾਨੂੰ ਪਤਾ ਚੱਲ ਗਿਆ। ਇਟ ਇਜ਼ ਅ ਕਨਵੈਕਸ ਲੈਂਸ ਆਫ ਸ਼ਾਰਟ ਫੋਕਲ ਲੈਂਥ, ਹੈ ਨਾ। ਸ਼ਾਰਟ ਫੋਕਲ ਲੈਂਥ ਕਿਉਂ, ਕਿਉਂਕਿ m ਅਤੇ f ਦਾ ਰਿਲੇਸ਼ਨ ਦੇਖੋ, m ਅਤੇ f ਦਾ ਰਿਲੇਸ਼ਨ ਇਨਵਰਸ ਹੈ। m ਇਜ਼ ਇਨਵਰਸਲੀ ਪ੍ਰਪੋਰਸ਼ਨਲ ਟੂ f। ਜਿੰਨੀ f ਜ਼ਿਆਦਾ ਹੋਏਗੀ ਉਨੀ ਉਹਦੀ ਮੈਗਨੀਫਾਈਂਗ ਪਾਵਰ ਘੱਟ ਹੋਏਗੀ ਲੈਂਸ ਦੀ। ਜਿੰਨੀ ਫੋਕਲ ਲੈਂਥ ਘੱਟ ਹੋਏਗੀ ਉਨੀ ਮੈਗਨੀਫਾਈਂਗ ਪਾਵਰ ਜ਼ਿਆਦਾ ਹੋਏਗੀ। ਇਸ ਕਰਕੇ ਸਾਨੂੰ ਫੋਕਲ ਲੈਂਥ ਘੱਟ ਲੈਣੀ ਹੈ ਬੇਟਾ। ਸ਼ਾਰਟ ਫੋਕਲ ਲੈਂਥ ਦਾ ਕਨਵੈਕਸ ਲੈਂਸ ਲੈਣਾ ਤਾਂ ਜੋ ਮੈਗਨੀਫਾਈਂਗ ਪਾਵਰ ਜ਼ਿਆਦਾ ਹੋਵੇ। ਕਲੀਅਰ। ਤਾਂ ਕੀ ਉਹ ਕਿਸ ਵਾਸਤੇ ਯੂਜ਼ ਹੁੰਦਾ ਹੈ ਆਪਾਂ ਡਿਸਕਸ ਕਰ ਲਿਆ। ਪ੍ਰਿੰਸੀਪਲ ਕੀ ਹੈ ਉਹ ਡਿਸਕਸ ਕਰ ਲਿਆ ਵੀ ਓਬਜੈਕਟ ਨੂੰ ਫੋਕਸ ਦੇ ਅੰਦਰ ਰੱਖਣਾ ਤਾਂ ਜੋ ਇਹ ਵਰਚੁਅਲ ਇਰੈਕਟ ਐਂਡ ਮੈਗਨੀਫਾਈਡ ਇਮੇਜ ਬਣਾਵੇ। ਉਹਦੀ ਰੇ ਡਾਇਗਰਾਮ ਯੂਜ਼ ਕਰ ਲਈ। ਰੇ ਡਾਇਗਰਾਮ ਤੋਂ ਮੈਂ ਤੁਹਾਨੂੰ ਮੈਗਨੀਫਾਈਂਗ ਪਾਵਰ ਦੀ ਡੈਫੀਨੇਸ਼ਨ ਦੱਸਤੀ, ਹੈ ਨਾ। ਮੈਗਨੀਫਾਈਂਗ ਪਾਵਰ ਦੀ ਡੈਫੀਨੇਸ਼ਨ ਹੋ ਗਈ। ਉਸ ਤੋਂ ਬਾਅਦ, ਹੈ ਨਾ, ਫਾਰਮੂਲਾ ਲਗਾ ਕੇ ਬੀਟਾ ਐਂਡ ਅਲਫਾ ਸਮਾਲ ਹੋਣ ਕਰਕੇ ਇਹਨਾਂ ਨੂੰ ਟੈਂਜੈਂਟਸ ਨਾਲ ਰਿਪਲੇਸ ਕਰਤਾ, ਵੈਲਿਊਜ਼ ਪੁੱਟ ਕੀਤੀਆਂ, ਵੈਲਿਊਜ਼ ਪੁੱਟ ਕਰਕੇ v/u ਦੀ ਫਾਰਮ 'ਚ ਹੀ ਬਣਨਾ ਸੀ ਆਨਸਰ, v/u ਦੀ ਫਾਰਮ 'ਚ ਬਣ ਗਿਆ। ਲੈਂਸ ਫਾਰਮੂਲਾ ਲਗਾ ਕੇ ਇਸ ਨੂੰ ਮੋਡੀਫਾਈ ਕਰਤਾ। v/u ਦਾ ਆਪਾਂ ਨੇ ਫਾਰਮੂਲਾ ਬਣਾ ਲਿਆ 1 - v/f, ਹੈ ਨਾ। ਫਿਰ ਨੂਮੈਰੀਕਲਸ ਵਾਸਤੇ ਅਸੀਂ v ਦੀ ਵੈਲਿਊ ਪੁੱਟ ਕਰਤੀ -d। v ਦੀ ਵੈਲਿਊ ਕਿੰਨੀ ਪੁੱਟ ਕਰਤੀ ਬੇਟਾ, -d ਪੁੱਟ ਕਰਕੇ ਆਪਣੇ ਕੋਲ ਫਾਈਨਲ ਫਾਰਮੂਲਾ ਬਣ ਗਿਆ 1 + d/f। सो दिस इज अबाउट सिंपल माइक्रोस्कोप। समझ आ गया बेटा, कोई कंफ्यूजन। नेक्स्ट वी आर गोइंग टू स्टडी अबाउट कंपाउंड माइक्रोस्कोप। कंपाउंड माइक्रोस्कोप भी मैं थोड़ा इसी वीडियो च कंप्लीट करवा रहा बेटा। इंपॉर्टेंट टॉपिक है, केयरफुली समझियो। ओके, वेट अ मिनट। यस बेटा, next topic is compound microscope। बेटा जिथे सिंपल माइक्रोस्कोप फेल हो जाए, ठीक है, मतलब ऑब्जेक्ट्स वेरी वेरी स्मॉल होन, इफ ऑब्जेक्ट्स आर वेरी वेरी स्मॉल, बहुत ही ज़्यादा छोटियां होन, लाइक माइक्रो ऑर्गेनिजम्स, बैक्टीरियाज, है ना। बहुत छोटी छोटियां ऑब्जेक्ट्स जिथे उन्होंने, है ना, मैगनीफाई करके दिखाना सिंपल माइक्रोस्कोप ਲਈ पॉसिबल ना हो। वेयर सिंपल माइक्रोस्कोप फेल्स, वेयर simple microscope does not show enlarged image, then we use compound
ਮਾਈਕਰੋਸਕੋਪ, ਫਿਰ ਅਸੀਂ ਕੰਪਾਊਂਡ ਮਾਈਕਰੋਸਕੋਪ ਯੂਜ਼ ਕਰਦੇ ਹੈ ਨਾ। ਸਿੰਪਲ ਮਾਈਕਰੋਸਕੋਪ ਤੁਹਾਨੂੰ ਮਾਈਕਰੋ ਔਰਗੈਨਿਜ਼ਮਸ ਵੱਡੇ ਕਰਕੇ ਨਹੀਂ ਦਿਖਾ ਸਕਦਾ, ਜਿਵੇਂ ਕਰਡ ਦੇ ਵਿੱਚ ਛੋਟੇ ਛੋਟੇ ਬੈਕਟੀਰੀਆਜ਼ ਹੁੰਦੇ ਨੇ, ਉਹਨਾਂ ਨੂੰ ਸਿੰਪਲ ਮਾਈਕਰੋਸਕੋਪ ਐਨਲਾਰਜ ਕਰਕੇ ਨਹੀਂ ਦਿਖਾ ਪਾਉਂਦਾ। ਠੀਕ ਹੈ, ਓਕੇ। ਤਾਂ ਜਿੱਥੇ ਸਿੰਪਲ ਮਾਈਕਰੋਸਕੋਪ ਫੇਲ ਹੋ ਜਾਏ ਬੇਟਾ, ਹੈ ਨਾ, ਉੱਥੇ ਆਪਾਂ ਕੀ ਯੂਜ਼ ਕਰਦੇ ਹਾਂ, ਕੰਪਾਊਂਡ ਮਾਈਕਰੋਸਕੋਪ। ਕੰਪਾਊਂਡ ਮਾਈਕਰੋਸਕੋਪ ਦੇ ਵਿੱਚ ਨਾ ਦੋ ਲੈਂਸ ਹੁੰਦੇ ਨੇ, ਇਟ ਕੰਸਿਸਟ ਆਫ ਟੂ ਲੈਂਸ, ਦੋਨੇ ਹੀ ਲੈਂਸ ਕਨਵੈਕਸ ਹੁੰਦੇ ਨੇ, ਬੋਥ ਲੈਂਸ ਆਰ ਕਨਵੈਕਸ। ਓਕੇ, ਜਿੱਧਰਲੀ ਸਾਈਡ ਓਬਜੈਕਟ ਰੱਖੋਗੇ, ਓਬਜੈਕਟ, ਉਸ ਲੈਂਸ ਨੂੰ ਬੋਲਦੇ ਨੇ ਓਬਜੈਕਟਿਵ ਲੈਂਸ। ਜਿੱਧਰ ਆਪਣੀ ਆਈ ਹੋਏਗੀ, ਆਈ, that lens is known as eyepiece। ਕੰਪਾਊਂਡ ਮਾਈਕਰੋਸਕੋਪ 'ਚ ਇੱਕ ਲੈਂਸ ਦੀ ਜਗ੍ਹਾ ਦੋ ਲੈਂਸ ਹੁੰਦੇ ਨੇ, ਦੋਨੇ ਹੀ ਲੈਂਸ ਕਨਵੈਕਸ ਹੁੰਦੇ ਨੇ। ਓਬਜੈਕਟ ਵਾਲੀ ਸਾਈਡ ਜੋ ਲੈਂਸ ਹੁੰਦਾ ਦੈਟ ਇਜ਼ ਨੋਨ ਐਜ਼ ਓਬਜੈਕਟਿਵ ਲੈਂਸ, ਜੋ ਆਈ ਵਾਲੀ ਸਾਈਡ ਹੁੰਦਾ ਦੈਟ ਇਜ਼ ਨੋਨ ਐਜ਼ ਆਈ ਪੀਸ, ਹੈ ਨਾ। ਫੋਕਲ ਲੈਂਥ ਵੀ ਆਈ ਪੀਸ ਦੀ ਜ਼ਿਆਦਾ ਹੁੰਦੀ ਹੈ ਐਜ਼ ਕੰਪੈਰੇਟਿਵ ਟੂ ਓਬਜੈਕਟਿਵ, ਐਂਡ ਸਾਈਜ਼ ਵੀ, ਸਾਈਜ਼ ਵੀ ਓਬਜੈਕਟਿਵ ਦੇ ਨਾਲੋਂ ਆਈ ਪੀਸ ਦਾ ਜ਼ਿਆਦਾ ਹੁੰਦਾ, ਆਈ ਪੀਸ ਦਾ, ਹੈ ਨਾ। ਦੋਨੇ ਲੈਂਸਿਸ ਨੂੰ, ਹੈ ਨਾ, ਇਸ ਜਿਵੇਂ ਓਬਜੈਕਟਿਵ ਲੈਂਸ ਹੈ, ਇਸ ਨੂੰ ਵੀ ਇੱਕ ਸਿਲੰਡਰੀਕਲ ਟਿਊਬ 'ਤੇ ਚੜ੍ਹਾਇਆ ਜਾਂਦਾ, ਫਿਰ ਜਿਹੜਾ ਆਈ ਪੀਸ ਹੈ ਉਸ ਨੂੰ ਵੀ ਇੱਕ ਸਿਲੰਡਰੀਕਲ ਟਿਊਬ 'ਤੇ ਚੜ੍ਹਾਇਆ ਜਾਂਦਾ। ਦੋਨੇ ਟਿਊਬਸ ਇੱਕ ਦੂਜੇ ਦੇ ਵਿੱਚ ਇਨਸਰਟ ਕਰ ਦਿੱਤੀਆਂ ਜਾਂਦੀਆਂ ਨੇ, ਲਾਈਕ ਦਿਸ, ਹੈ ਨਾ। ਦੋਨੇ ਟਿਊਬਸ ਨੂੰ ਬਾਹਰਲੀ ਸਾਈਡ ਵੱਲ ਮੂਵ ਕਰਵਾ ਕੇ ਜਾਂ ਅੰਦਰਲੀ ਸਾਈਡ ਵੱਲ ਮੂਵ ਕਰਵਾ ਕੇ ਅਸੀਂ ਦੋਨਾਂ ਦੇ ਵਿੱਚ ਡਿਸਟੈਂਸ, ਆ ਜਿਹੜਾ ਦੋਨਾਂ ਦੇ ਵਿੱਚ ਡਿਸਟੈਂਸ ਹੈ ਨਾ, ਇਹ ਡਿਸਟੈਂਸ ਚੇਂਜ ਕਰ ਸਕਦੇ, ਸਮਝ ਗਏ। ਸੋ ਫਾਈਨਲੀ ਰਿਪੀਟ ਕਰ ਰਹੇ ਹਾਂ ਵੀ ਜਿਹੜਾ ਕੰਪਾਊਂਡ ਮਾਈਕਰੋਸਕੋਪ ਹੈ ਇਸ ਦੇ ਵਿੱਚ ਦੋ ਲੈਂਸ ਹੁੰਦੇ ਨੇ, ਬੋਥ ਲੈਂਸਿਸ ਆਰ ਕਨਵੈਕਸ। ਜਿਹੜਾ ਓਬਜੈਕਟ ਵਾਲੀ ਸਾਈਡ ਹੁੰਦਾ ਓਬਜੈਕਟਿਵ ਲੈਂਸ, ਜਿਹੜਾ ਆਈ ਵਾਲੀ ਸਾਈਡ ਹੁੰਦਾ ਆਈ ਪੀਸ, ਹੈ ਨਾ। ਦੋਨਾਂ 'ਚੋਂ ਆਈ ਪੀਸ ਦਾ ਹੀ ਸਾਈਜ਼ ਵੱਡਾ ਹੁੰਦਾ, ਆਈ ਪੀਸ ਦੀ ਹੀ ਫੋਕਲ ਲੈਂਥ ਜ਼ਿਆਦਾ ਹੁੰਦੀ ਹੈ ਐਜ਼ ਕੰਪੈਰੇਟਿਵ ਟੂ ਓਬਜੈਕਟਿਵ, ਹੈ ਨਾ। ਦੋਨਾਂ ਲੈਂਸਿਸ ਨੂੰ ਸੈਪਰੇਟ ਸਿਲੰਡਰੀਕਲ ਟਿਊਬਸ 'ਤੇ ਚੜ੍ਹਾਇਆ ਜਾਂਦਾ, ਦੋਨੇ ਟਿਊਬਸ ਇੱਕ ਦੂਜੇ 'ਚ ਇਨਸਰਟ ਕਰ ਦਿੱਤੀਆਂ ਜਾਂਦੀਆਂ ਨੇ ਤਾਂ ਜੋ ਅਸੀਂ ਇਹਨਾਂ ਦੋਨਾਂ ਲੈਂਸਿਸ ਦੇ ਵਿੱਚ ਡਿਸਟੈਂਸ ਚੇਂਜ ਕਰ ਸਕੀਏ। ਕਲੀਅਰ ਬੇਟਾ। ਇਸ ਦਾ ਪ੍ਰਿੰਸੀਪਲ ਕੀ ਹੈ ਹੁਣ, ਇਸ ਦਾ ਪ੍ਰਿੰਸੀਪਲ ਇਹ ਹੈ ਵੀ ਜਿਹੜੀ ਓਬਜੈਕਟ ਹੈ ਉਹ ਤੁਸੀਂ ਓਬਜੈਕਟਿਵ ਦੇ ਫੋਕਸ ਤੋਂ ਬਾਹਰ ਰੱਖਣੀ ਹੈ। ਓਬਜੈਕਟਿਵ ਲੈਂਸ ਦਾ ਜੋ ਫੋਕਸ ਹੈ ਉਸ ਦੇ ਅੰਦਰ ਨਹੀਂ ਰੱਖਣੀ। ਸਿੰਪਲ ਮਾਈਕਰੋਸਕੋਪ 'ਚ ਤਾਂ ਅੰਦਰ ਰੱਖਦੇ ਸੀ, ਜਿਸ ਓਬਜੈਕਟ ਨੂੰ ਅਸੀਂ ਮੈਗਨੀਫਾਈ ਕਰਕੇ ਦੇਖਣਾ ਹੁੰਦਾ ਸੀ ਸਿੰਪਲ ਮਾਈਕਰੋਸਕੋਪ 'ਚ ਅੰਦਰ ਰੱਖਦੇ ਸੀਗੇ, ਹੈ ਨਾ ਬੇਟਾ। ਇਸ 'ਚ ਓਬਜੈਕਟਿਵ ਲੈਂਸ ਤੋਂ ਬਾਹਰ, ਇਹਦੇ ਫੋਕਸ ਤੋਂ ਬਾਹਰ ਰੱਖੋਗੇ। ਓਬਜੈਕਟ ਮਸਟ ਪਲੇਸ, ਵਟ ਇਜ਼ ਦਾ ਪ੍ਰਿੰਸੀਪਲ, ਮੈਂ ਨਾਲ ਨਾਲ ਲਿਖੀ ਵੀ ਜਾਂਦਾ ਬੇਟਾ, ਕੀ ਪ੍ਰਿੰਸੀਪਲ ਬਣੇਗਾ, ਓਬਜੈਕਟ ਮਸਟ be placed outside the focus of objective lens so that it forms real and inverted image। ਤਾਂ ਜੋ, ਹੈ ਨਾ, ਮੰਨ ਲਓ ਇੱਥੇ ਅਸੀਂ ਓਬਜੈਕਟ ਰੱਖਤੀ, है ना, ऑब्जेक्टिव लेंस इज द रियल एंड इन्वर्टेड इमेज बनाएगा, ठीक है। दिस इमेज, है ना, प्लेज द रोल ऑफ ऑब्जेक्ट फॉर आई पीस, है ना, इन्वर्टेड इमेज, दिस इमेज प्लेज द रोल ऑफ ऑब्जेक्ट फॉर आई पीस, आई पीस वास्ते ऑब्जेक्ट का रोल प्ले करेगी, एंड लाइज विद इन इट्स फोकस, इस दे फोकस दे अंदर लाई करेगी, आई पीस दे फोकस दे अंदर लाई करेगी, ठीक है। आई पीस सिंपल माइक्रोस्कोप की तरह बिहेव करेगा, इट आई पीस बिहेव्स like simple microscope and magnifies it further।
ਆਈਪੀਸ ਹੈ ਨਾ, ਆਈਪੀਸ ਇੱਕ ਸਿੰਪਲ ਮਾਈਕਰੋਸਕੋਪ ਦੀ ਤਰ੍ਹਾਂ ਬਿਹੇਵ ਕਰਦਾ ਹੋਇਆ ਇਹਨੂੰ ਫਰਦਰ ਮੈਗਨੀਫਾਈ ਕਰਕੇ ਫਾਈਨਲ ਇਮੇਜ ਬਣਾ ਦੇਗਾ। ਇਹ ਪ੍ਰਿੰਸੀਪਲ ਹੈ ਬੇਟਾ ਇਹਦਾ। ਪ੍ਰਿੰਸੀਪਲ ਬੇਸ਼ੱਕ ਤੁਸੀਂ ਨੋਟਸ 'ਚ ਵੀ ਪੜ੍ਹ ਲਿਓ, ਬਟ ਮੈਂ ਤੁਹਾਨੂੰ ਪ੍ਰਿੰਸੀਪਲ ਇੱਕ ਵਾਰੀ ਦੁਬਾਰਾ ਤੋਂ ਕਲੀਅਰ ਕਰਦਾ ਵੀ ਜਿਹੜੀ ਓਬਜੈਕਟ ਹੈ ਉਹ ਓਬਜੈਕਟਿਵ ਲੈਂਸ ਦੇ ਫੋਕਸ ਤੋਂ ਬਾਹਰ ਰੱਖੋਗੇ। ਓਬਜੈਕਟਿਵ ਲੈਂਸ ਦੇ ਫੋਕਸ ਤੋਂ ਬਾਹਰ ਰੱਖੋਗੇ। ਓਬਜੈਕਟਿਵ ਲੈਂਸ ਇਸ ਓਬਜੈਕਟ ਦੀ ਇੱਕ ਰੀਅਲ ਐਂਡ ਇਨਵਰਟਿਡ ਇਮੇਜ ਬਣਾ ਦੇਗਾ। ਇਹ ਇਮੇਜ ਆਈ ਪੀਸ ਵਾਸਤੇ ਓਬਜੈਕਟ ਦਾ ਰੋਲ ਪਲੇ ਕਰੇਗੀ ਐਂਡ ਆਈ ਪੀਸ ਦੇ ਫੋਕਸ ਦੇ ਅੰਦਰ ਅੰਦਰ ਲਾਈ ਕਰੇਗੀ। ਆਈ ਪੀਸ ਦੇ ਫੋਕਸ ਦੇ ਅੰਦਰ ਅੰਦਰ, ਤਾਂ ਜਿਵੇਂ ਸਿੰਪਲ ਮਾਈਕਰੋਸਕੋਪ 'ਚ ਹੁੰਦਾ ਹੈ ਓਬਜੈਕਟ ਲਾਈਜ਼ ਵਿਦਿਨ ਫੋਕਸ, ਉਵੇਂ ਇੱਥੇ ਵੀ ਆ ਜਿਹੜੀ ਹੈ ਇਹ ਫੋਕਸ ਦੇ ਅੰਦਰ ਅੰਦਰ ਲਾਈ ਕਰ ਰਹੀ ਹੈ। ਤਾਂ ਆਈ ਪੀਸ ਸਿੰਪਲ ਮਾਈਕਰੋਸਕੋਪ ਦਾ ਰੋਲ ਪਲੇ ਕਰਕੇ ਇਹਨੂੰ ਫਰਦਰ ਮੈਗਨੀਫਾਈ ਕਰ ਦੇਗਾ। ਇਹੀ ਪ੍ਰਿੰਸੀਪਲ ਲਿਖਵਾਇਆ ਬੇਟਾ। ਆ ਦੇਖੋ, ਓਬਜੈਕਟ ਮਸਟ ਬੀ ਪਲੇਸ ਆਊਟਸਾਈਡ ਦਾ ਫੋਕਸ ਆਫ ਓਬਜੈਕਟਿਵ ਲੈਂਸ। ਮੈਂ ਡਾਇਗਰਾਮ ਵੀ ਸ਼ੋ ਕਰ ਰਿਹਾ ਤੁਹਾਨੂੰ, ਵੇਟ ਅ ਮਿਨਟ। ਹਾਂ, ਓਬਜੈਕਟ must be placed outside the focus of objective lens so that it forms real and inverted image. Real and inverted image बन जाए। This image plays the role of object, है ना। ये ਜਿਹੜੀ image है ये eyepiece वास्ते ऑब्जेक्ट ਦਾ ਰੋਲ प्ले करेगी and lies within its focus, ਉਹਦੇ focus ਦੇ ਅੰਦਰ ਅੰਦਰ लाई करेगी। ਫੋਕਸ ਦੇ ਵਿੱਚ ਲਾਈ ਕਰਨੀ ਚਾਹੀਦੀ ਹੈ ਨਾ। ਆਈਪੀਸ ਬਿਹੇਵਸ ਲਾਈਕ ਅ ਸਿੰਪਲ ਮਾਈਕਰੋਸਕੋਪ। ਆਈਪੀਸ ਸਿੰਪਲ ਮਾਈਕਰੋਸਕੋਪ ਦਾ ਰੋਲ ਪਲੇ ਕਰਦੇ ਉਹਨੂੰ ਮੈਗਨੀਫਾਈ ਫਰਦਰ ਕਰਦੇ, फर्दर एनलार्ज इमेज बना देगा। क्लियर बेटा, कोई कंफ्यूजन? समझ आ गया? पक्का? देख लो। ओके, ये सीगा ਇਹਦਾ ਪ੍ਰਿੰਸੀਪਲ ਵੀ ਕੰਪਾਊਂਡ ਮਾਈਕਰੋਸਕੋਪ ਕਿਸ ਪ੍ਰਿੰਸੀਪਲ ਤੇ ਵਰਕ ਕਰਦਾ। ਸਿੰਪਲ ਮਾਈਕਰੋਸਕੋਪ ਦਾ ਪ੍ਰਿੰਸੀਪਲ ਅਲੱਗ ਸੀਗਾ। ਸਿੰਪਲ ਮਾਈਕਰੋਸਕੋਪ ਦੇ ਵਿੱਚ ਤਾਂ ਬੇਟਾ ਅਸੀਂ ਜਿਹੜੀ ਆਬਜੈਕਟ ਹੈ ਉਹ ਫੋਕਸ ਦੇ ਅੰਦਰ ਰੱਖਦੇ ਸੀਗੇ, ਫੋਕਸ ਦੇ ਅੰਦਰ ਰੱਖਦੇ ਸੀ, है ना। ਕੰਪਾਊਂਡ ਮਾਈਕਰੋਸਕੋਪ ਦਾ ਪ੍ਰਿੰਸੀਪਲ ਹੈ ਵੀ ਜਿਹੜੀ ਆਬਜੈਕਟ ਹੈ ਉਹ ਫੋਕਸ ਤੋਂ ਬਾਹਰ ਰੱਖਣੀ ਹੈ, ਆਬਜੈਕਟਿਵ ਦੇ ਫੋਕਸ ਤੋਂ ਬਾਹਰ ਰੱਖਣੀ ਹੈ ਤਾਂ ਜੋ ਆਬਜੈਕਟਿਵ ਲੈਂਸ ਰੀਅਲ ਐਂਡ ਇਨਵਰਟਿਡ ਇਮੇਜ ਬਣਾ ਸਕੇ। ਇਹ ਇਮੇਜ ਆਈਪੀਸ ਵਾਸਤੇ ਕਿਸ ਦਾ ਰੋਲ ਪਲੇ ਕਰੇਗੀ, ਆਬਜੈਕਟ ਦਾ, ਤੇ ਇਹਦੇ ਫੋਕਸ ਦੇ ਵਿੱਚ ਲਾਈ ਕਰੇਗੀ। ਆਈਪੀਸ ਇਸੇ ਨੂੰ ਫਰਦਰ ਮੈਗਨੀਫਾਈ ਕਰ ਦੇਗਾ। ਆਈਪੀਸ ਬਿਹੇਵਸ ਲਾਈਕ ਅ ਸਿੰਪਲ ਮਾਈਕਰੋਸਕੋਪ ਐਂਡ ਮੈਗਨੀਫਾਈਜ਼ ਇਟਸ ਫਰਦਰ। ਠੀਕ ਹੈ, ਹੁਣ ਆਪਾਂ ਇਹਦੀ ਰੇ ਡਾਇਗਰਾਮ ਬਣਾਉਂਦੇ ਬੇਟਾ। ਰੇ ਡਾਇਗਰਾਮ ਕੇਅਰਫੁਲੀ ਸਮਝਿਓ, ਆਪਣੀ ਮਰਜ਼ੀ ਨਾਲ ਨਹੀਂ ਚੱਲਣਾ ਵੀ ਜਦ ਮਰਜ਼ੀ ਜਿੱਥੇ ਮਰਜ਼ੀ ਕੁਛ ਮਰਜ਼ੀ ਬਣਾਤਾ, ਹੈ ਨਾ। ਮੈਂ ਤੁਹਾਨੂੰ ਟੈਕਨੀਕ ਦੱਸ ਰਿਹਾ ਰੇ ਡਾਇਗਰਾਮ ਬਣਾਉਣ ਦੀ, ਥੋੜੀ ਰੇ ਡਾਇਗਰਾਮ ਗਲਤ ਨਹੀਂ ਹੋਏਗੀ ਬੇਟਾ। ਓਕੇ, ਰੇ ਡਾਇਗਰਾਮ ਡਰੋ ਕਰਦੇ ਬੇਟਾ ਆਪਾਂ। ਓਕੇ, ਰੇ ਡਾਇਗਰਾਮ ਦੇ ਵਿੱਚ ਦੋਨੇ ਲੈਂਸ ਇਕੱਠੇ ਨਹੀਂ ਬਣਾਉਣੇ। ਕਈ ਸਟੂਡੈਂਟਸ ਐਵੇਂ ਕਰਦੇ ਨੇ, ਪਹਿਲਾਂ ਓਬਜੈਕਟਿਵ ਲੈਂਸ ਵੀ ਬਣਾ ਦਿੰਦੇ ਨੇ, ਆਈਪੀਸ ਵੀ ਬਣਾ ਦਿੰਦੇ ਨੇ, ਫਿਰ ਡਾਇਗਰਾਮ ਬਣਾਉਣੀ ਸ਼ੁਰੂ ਕਰ ਦਿੰਦੇ। ਨਹੀਂ, ਦੋਨੇ ਲੈਂਸ ਕਦੇ ਵੀ ਇਕੱਠੇ ਨਹੀਂ ਬਣਾਉਣੇ, ਇੱਕ ਇੱਕ ਕਰਕੇ ਬਣਾਵਾਂਗੇ। ਇੱਕ ਸਾਈਡ ਤੋਂ ਸ਼ੁਰੂ ਕਰਦੇ ਬੇਟਾ। ਦਿਸ ਇਜ਼ ਓਬਜੈਕਟਿਵ ਲੈਂਸ, ऑब्जेक्टिव लेंस, ਉਹਦਾ ऑप्टिकल सेंटर C1, फोकल लेंथ F नोट, क्योंकि कन्वैक्स लेंस है तो फोकल लेंथ पॉजिटिव होएगी। ठीक है, ये हो गया प्रिंसिपल एक्सिस। ठीक है, ये फोकस छोटा ही यूज करना बेटा। ओके, ऑब्जेक्ट जी रखनी है फोकस तो बाहर रखनी, फोकस तो बाहर रखनी है ऑब्जेक्ट। पहला यदि इमेज बना लो, है ना। ये लेंस इसकी इमेज बनाएगा। एक रे प्रिंसिपल एक्सिस दे पैरेलल लो, प्रिंसिपल एक्सिस दे पैरेलल, है ना बेटा। तो बेटा ये रे किस चो पास आउट होएगी, जिहड़ी रे प्रिंसिपल एक्सिस दे पैरेलल है, जिहड़ी रे प्रिंसिपल एक्सिस दे पैरेलल है वो किस चो पास आउट होएगी, फोकस चो, लाइक दिस। जिहड़ी रे ऑप्टिकल सेंटर चो आएगी इट गोज अनडेविएटेड, इनू अनडेविएटेड पास। रे जिहड़ी प्रिंसिपल एक्सिस दे पैरेलल है बेटा वो किस चो पास आउट होएगी, फोकस चो। जिहड़ी रे ऑप्टिकल सेंटर चो आएगी गोज अनडेविएटेड, जिथे दोने मीट कर गई उत्थे इमेज बन जाएगी, इमेज। ठीक है, A1 B1।
है ना। हुण इस तो बाद अगली डायग्राम बनाओ, इस तो अगे बनाओ आई पीस लाइक दिस, आई पीस बना दो, दिस वन इज आई पीस। आई पीस द ऑप्टिकल सेंटर C2, फोकल लेंथ FE, ये भी कन्वैक्स लेंस है, ये फोकल लेंथ भी पॉजिटिव, फोकस ਇਹਦਾ थोड़ा जिहा दूर ले लियो ਤਾਂ ਜੋ ਜਿਹੜੀ ਇਹ ਇਮੇਜ ਹੈ ਇਹ ਇਹਦੇ ਫੋਕਸ ਦੇ ਵਿੱਚ ਲਾਈ ਕਰ ਜੇ, ਫੋਕਸ ਦੇ ਵਿੱਚ ਲਾਈ ਕਰ ਜੇ। ਠੀਕ ਹੈ, ਹੁਣ ਇਹਦੀ ਇਮੇਜ ਬਣਾਓ ਬੇਟਾ, ਇਸ ਨੂੰ ਆਬਜੈਕਟ ਮੰਨ ਲਓ, ਆ ਲੈਂਸ ਹੈ, ਆ ਆਬਜੈਕਟ ਹੈ, ਇਹਦੀ ਇਮੇਜ ਬਣਾਓ ਜਿਹੜੀ ਰੇ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਹੋਏਗੀ ਉਹ ਕਿਸ ਚੋਂ ਪਾਸ ਆਊਟ ਹੋਏਗੀ ਬੇਟਾ, ਫੋਕਸ ਚੋਂ। ਜਿਹੜੀ ਰੇ ਆਪਟੀਕਲ ਸੈਂਟਰ ਚ ਜਾਏਗੀ ਗੋਜ਼ ਅਨਡੇविएटेड, है ना। एक रे प्रिंसीपल एक्सिस दे पैरेलल है, एक किस चो पास आउट होगी, फोकस चो। दूसरी रे ऑप्टिकल सेंटर चो गई गोज अनडेविएटेड, है ना। इस रे नू भी पिछे प्रोड्यूस कर लो, इस रे नू भी पिछे प्रोड्यूस कर लो, है ना। जिथे ये मीट कर गई उत्थे बन जाएगी फाइनल इमेज, जिथे भी मीट कर गई बेटा, है ना। इस रे नू भी पिछे प्रोड्यूस कर लो, इस रे नू भी पिछे प्रोड्यूस कर लो, जिथे ये दोनों मीट कर गई देखो, ओके, उत्थे बन जाएगी फाइनल इमेज A2 B2। ए फाइनल इमेज हेयर इज अवर आई, हेयर इज अवर आई। फाइनल इमेज जिहड़ी बननी है वो एट लीस्ट डिस्टेंस ऑफ डिस्टिंक्ट विजन ते बननी, कित्थे बननी है बेटा, एट लीस्ट डिस्टेंस ऑफ डिस्टिंक्ट विजन। वाई, तां जो अपनी आई इसनूं क्लीयरली देख सके, जिन्नी मर्जी देर तक देख सके, अपनी आईज ते कोई स्ट्रैस या कोई स्ट्रेन ना पवे। अपनी आई माइक्रोस्कोप नूं जिन्नी मर्जी देर तक यूज़ करती रहे, अपनी आई ते स्ट्रैस स्ट्रेन ना पवे। स्ट्रैस स्ट्रेन कदों नहीं पएगा, जो फाइनल इमेज कित्थे बनेगी बेटा, लीस्ट डिस्टेंस ऑफ डिस्टिंक्ट विजन ते। बोलना आई नाल है बट बनाना किस नाल है, लेंस नाल। क्लीयर बेटा, एवें दी रे डायग्राम बनेगी, समझ आ गई। मतलब दोनों लेंस इकट्ठे नहीं बनाने आपां ने, पहला फर्स्ट लेंस बनाना है, दैन सैकेंड लेंस बनाना है ना। पहला फर्स्ट लेंस बना के वो इमेज बना लो, फिर उसके अकॉर्डिंग सैकेंड लेंस बना के वो इमेज बना लो, बहुत ईजीली बन जाएगी, है ना। समझ आ गई बेटा। ओके, हुण आपां कुछ डिस्टेंसिस मेजर करते हैं, डिस्टेंसिस, है ना। डिस्टेंसिस पहला आपां ऑब्जैक्टिव लेंस वास्ते मेजर करते हैं, है ना। ऑब्जैक्टिव लेंस के डिस्टेंसिस ऑब्जैक्टिव लेंस के सेंटर तो मेजर होणगे, है ना। ऑब्जैक्टिव लेंस वास्ते ऑब्जैक्ट का रोल कौन प्ले कर रहा है, ए बी। सो जो ए बी का डिस्टेंस है, दिस इज ऑब्जैक्ट डिस्टेंस फॉर ऑब्जैक्टिव लेंस। U मीनस ऑब्जैक्ट डिस्टेंस, O मीनस फॉर ऑब्जैक्टिव लेंस, ऑब्जैक्टिव लेंस का ऑब्जैक्ट डिस्टेंस, है ना। फर्स्ट लेंस इमेज कित्थे बना रहा है बेटा, A1 B1 ते। सो A1 B1, है ना, लेंस तो A1 B1 तक का जो डिस्टेंस है, दिस इज इमेज डिस्टेंस फॉर ऑब्जैक्टिव लेंस। ऑब्जेक्ट डिस्टेंस फॉर ऑब्जेक्टिव लेंस, दिस इज इमेज डिस्टेंस फॉर ऑब्जेक्टिव लेंस। ए वाला डिस्टेंस इंसीडेंट रे नालों ओपोजिट है, किस चलोगे बेटा, माइनस। ए वाला डिस्टेंस इंसीडेंट रे की डायरैक्शन च किस चलोगे, प्लस च, है ना। हुण जिहड़े दूसरे डिस्टेंसिस है वो आई पीस तो मेजर करने ने, आई पीस तो। आई पीस वास्ते ऑब्जेक्ट का रोल कौन प्ले कर रहा है, A1 B1। फॉर आई पीस वास्ते ऑब्जेक्ट का रोल कौन प्ले कर रहा है, A1 B1। सो दिस डिस्टेंस सैकेंड लेंस तो A1 B1 तक का डिस्टेंस ऑब्जेक्ट डिस्टेंस फॉर आई पीस, दिस इज ऑब्जेक्ट डिस्टेंस फॉर आई पीस। एंड आई पीस वास्ते इमेज का रोल कौन प्ले कर रहा है, A2 B2। सो दिस इज इमेज डिस्टेंस फॉर आई पीस, इमेज डिस्टेंस फॉर आई पीस तो इमेज तक का डिस्टेंस। अच्छा, जिहड़ा आ वाला डिस्टेंस है बेटा, ये भी इंसीडेंट रे तो ओपोजिट डायरैक्शन च है, ओपोजिट डायरैक्शन च माइनस च आएगा। आ वाला डिस्टेंस भी इंसीडेंट रे नालों ओपोजिट डायरैक्शन च माइनस च आएगा, आ भी माइनस, आ भी माइनस। ठीक है। अच्छा, एक लेंस तो दूसरे लेंस तक का जो डिस्टेंस है आ वाला, दिस इज नोन एज लेंथ ऑफ द माइक्रोस्कोप। लेंथ, ये लेंथ किस दे इक्वल आएगी, वी नोड प्लस यू ई दी पॉजिटिव वैल्यू, यू ई दी पॉजिटिव वैल्यू लेनी है। वी नोड च यू ई दी पॉजिटिव वैल्यू ऐड करोगे, वी नोड च यू ई दी पॉजिटिव वैल्यू ऐड करोगे तो एल बनेगा। सो दिस फार्मूला इज लेंथ ऑफ, दिस इज द फार्मूला फॉर लेंथ ऑफ द माइक्रोस्कोप। ये सारे डिस्टेंसिस हो गए, है ना बेटा, क्लियर। एंड सारे साइन कन्वेंशंस लगाते मैंने, क्लियर। इस तो अगे यदि मैग्नीफाइंग पावर की डेफिनेशन,
ਇਹਦੀ ਮੈਗਨੀਫਾਈਂਗ ਪਾਵਰ ਦੀ ਡੈਫੀਨੇਸ਼ਨ ਸੇਮ ਹੈ ਜੋ ਸਿੰਪਲ ਮਾਈਕਰੋਸਕੋਪ ਦੀ ਸੀ। मैग्नीफाइंग पावर सेम डेफिनेशन है बेटा। इट मे बी डिफाइंड एज द रेशो ऑफ एंगल सबटेंस बाय इमेज ऑन आई टू द एंगल subtends by object on eye. Angle subtends by image on eye to the angle subtends by object on eye when both are at least distance of distinct vision. Same definition है, कहते ਜਦੋਂ ਦੋਨੇ ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ ਤੇ ਹੋਣ। ਜਿਵੇਂ ਇਮੇਜ ਹੈ, ਇਮੇਜ ਤਾਂ ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ ਤੇ ਹੈਗੀ ਹੈ ਨਾ। ਇਹਦਾ ਜਿਹੜਾ ਐਂਗਲ ਬਣ ਰਿਹਾ ਆਈ ਨਾਲ, ਮੈਂ ਫਿਰ ਬੋਲ ਰਿਹਾ, ਆਪਾਂ ਨੇ ਬੋਲਣਾ ਵੀ ਆਈ ਨਾਲ ਹੈ, ਡੈਫੀਨੇਸ਼ਨ 'ਚ ਲਿਖਣਾ ਵੀ ਆਈ ਨਾਲ ਹੈ, ਬਟ ਬਣਾਉਣਾ ਇੱਥੇ ਲੈਂਸ ਨਾਲ ਹੈ। ਤਾਂ ਬੇਟਾ ਇਮੇਜ ਦਾ ਐਂਗਲ ਜੋ ਆਈ ਪੀਸ ਤੇ ਬਣ ਰਿਹਾ, ਇਮੇਜ ਦਾ ਐਂਗਲ ਆਈ ਪੀਸ ਤੇ ਆ ਬਣ ਰਿਹਾ, ਦਿਸ ਇਜ਼ ਐਂਗਲ ਫਾਰਮਡ ਬਾਈ ਇਮੇਜ A2B2 ਔਨ ਲੈਂਸ। ਠੀਕ ਹੈ, ਕਹਿੰਦੇ ਓਬਜੈਕਟ ਨੂੰ ਵੀ ਉਰੇ ਹੀ ਇਮੈਜਿਨ ਕਰੋ, ਇਸੇ ਪੁਆਇੰਟ ਤੇ B2 ਪੁਆਇੰਟ ਤੇ, ਇਸ ਦਾ ਵੀ ਆਈ ਨਾਲ ਜੋ ਐਂਗਲ ਬਣ ਰਿਹਾ ਉਹ ਵੀ ਬਣਾ ਲਓ। ਦਿਸ ਐਂਗਲ ਇਜ਼ ਐਂਗਲ ਫਾਰਮਡ ਬਾय ऑब्जेक्ट अल्फा। ਤਾਂ ਬੇਟਾ ਆ ਹੋ ਗਿਆ ऑब्जेक्ट ਦਾ ਐਂਗਲ ਜੋ ਆਈ ਤੇ ਬਣ ਰਿਹਾ ਅਲਫਾ, ਆ ਹੋ ਗਿਆ ਇਮੇਜ ਦਾ ਐਂਗਲ ਜੋ ਆਈ ਤੇ ਬਣ ਰਿਹਾ ਬੀਟਾ, ਜਦੋਂ ਦੋਨੇ ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ ਤੇ ਇਮੇਜਿਨ ਕਰ ਲਏ, ਇਮੇਜ ਵੀ ਐਂਡ ऑब्जेक्ट ਵੀ ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ ਤੇ ਰੱਖ ਲਏ। ਇਮੇਜ ਦਾ ਐਂਗਲ ਬਣ ਰਿਹਾ ਬੀਟਾ, ऑब्जेक्ट ਦਾ ਐਂਗਲ ਬਣ ਰਿਹਾ ਅਲਫਾ। ਸੋ ਐਮ ਦੀ ਡੈਫੀਨੇਸ਼ਨ ਜਿਹੜੀ ਬਣ ਜਾਏਗੀ ਹੈ ਨਾ, ਐਮ ਦੀ ਡੈਫੀਨੇਸ਼ਨ, ਹਾਂਜੀ ਯੈਸ ਬੇਟਾ, ਐਮ ਦੀ ਡੈਫੀਨੇਸ਼ਨ ਬਣ ਜਾਏਗੀ ਰੇਸ਼ੋ ਆਫ ਐਂਗਲ ਸਬਟੈਂਡਸ ਬਾਈ ਇਮੇਜ ਟੂ ਦ ਐਂਗਲ ਸਬਟੈਂਡਸ ਬਾਈ ऑब्जेक्ट। ਅੱਛਾ, ਬਿਕੋਜ਼ ਇਹ ਐਂਗਲਸ ਕੀ ਹੋਣਗੇ ਸਮॉल, ਦੇ ਆਰ ਰਿਪਲੇਸਡ ਬਾਈ देयर ਟੈਂजेंट्स, ਕਿਉਂਕਿ ਵੀ ਆਰ ਯੂਜ਼ਿੰਗ ਮਾਈਕਰੋਸਕੋਪ ਯੂਜ਼ ਕਰ ਰਹੇ, ऑब्जेक्ट्स ਬਹੁਤ ਛੋਟੀਆਂ ਨੇ, ਈਵਨ ਅਸੀਂ ਉਹਨਾਂ ਨੂੰ ਨੇਕਡ ਆਈ ਨਾਲ ਨਹੀਂ ਦੇਖ ਪਾ ਰਹੇ, ਇਸ ਕਰਕੇ ਐਂਗਲ ਸਮॉल ਹੋਣਗੇ, ਐਂਗਲ ਸਮॉल ਹੋਣਗੇ, ਇਸ ਕਰਕੇ ਇਹਨਾਂ ਨੂੰ ਅਸੀਂ ਇਹਨਾਂ ਦੇ ਟੈਂजेंट्स ਨਾਲ ਰਿਪਲੇਸ ਕਰਤਾ। ਟੈਂजेंट ਬੀਟਾ ਦੀ ਵੈਲਿਊ ਬੀਟਾ ਵਾਲੀ ਟ੍ਰਾਇੰਗਲ ਤੋਂ ਲਓ ਬੇਟਾ, ਵੱਡੀ ਟ੍ਰਾਇੰਗਲ ਤੋਂ, ਆ ਵਾਲੀ ਤੋਂ, A2B2C2 ਟ੍ਰਾਇੰਗਲ ਤੋਂ ਲਓ ਟੈਂजेंट ਬੀਟਾ ਦੀ ਵੈਲਿਊ। ਪਰਪੈਂਡੀਕੂਲਰ ਅਪੋਨ ਬੇਸ, ਪਰਪੈਂਡੀਕੂਲਰ ਬਣ ਗਿਆ A2B2, ਬੇਸ ਬਣ ਗਿਆ B2C2, ਤਾਂ ਬੇਟਾ ਟੈਂजेंट ਬੀਟਾ ਬਣ ਗਿਆ ਪਰਪੈਂਡੀਕੂਲਰ A2B2 ਅਪੋਨ ਬੇਸ B2C2। ਓਕੇ, ਟੈਂजेंट ਅਲਫਾ ਦੀ ਵੈਲਿਊ ਬੇਟਾ ਉੱਪਰਲੀ ਟ੍ਰਾਇੰਗਲ ਤੋਂ, ਆ ਅਲਫਾ ਵਾਲੀ ਟ੍ਰਾਇੰਗਲ ਤੋਂ, ਇਸ ਤੋਂ ਹੈ ਨਾ। ਇਹ ਆ ਗਿਆ ਪਰਪੈਂਡੀਕੂਲਰ ਅਪੋਨ ਬੇਸ, ਪਰਪੈਂਡੀਕੂਲਰ ਬਣ ਗਿਆ AB2, ਬੇਸ ਬਣ ਗਿਆ B2C2, AB2 B2C2, B2C2 ਨਾਲ B2C2 ਕੈਂਸਲ, ਇਹ ਬਣ ਗਿਆ A2B2। ਜਿਹੜਾ AB2 ਹੈ ਦੇਖੋ, ਆ ਦੇਖੋ ਮੈਂ ਡਾਇਗਰਾਮ 'ਚ ਬਣਾ ਰਿਹਾ, AB2 ऑब्जेक्ट ਹੈ ਨਾ ਬੇਟਾ, AB ਵੀ ऑब्जेक्ट ਹੈ, ਤਾਂ ਜਿੰਨੀ ਹਾਈਟ ऑब्जेक्ट ਦੀ ਓਨੀ ਹਾਈਟ AB2 ਦੀ, AB2 ਦੀ ਜਗ੍ਹਾ AB ਯੂਜ਼ ਕਰ ਲਾਂਗੇ ਆਪਾਂ ਇੱਥੇ, AB2 ਦੀ ਜਗ੍ਹਾ AB, ਤਾਂ ਜਿਹੜਾ M ਆ ਗਿਆ ਦੈਟ ਇਜ਼ ਇਕੁਅਲ ਟੂ A2B2 ਅਪੋਨ AB ਹੈ ਨਾ। ਇਸ ਨੂੰ ਅਗਰ ਅਸੀਂ ਸੇਮ ਟਰਮ ਨਾਲ ਮਲਟੀਪਲਾਈ ਕਰੀਏ, ਸੇਮ ਟਰਮ ਨਾਲ ਡਿਵਾਈਡ ਕਰੀਏ, ਤਾਂ ਇਕੁਏਸ਼ਨ ਨੂੰ ਕੋਈ ਫਰਕ ਨਹੀਂ ਪੈਂਦਾ ਹੁੰਦਾ, ਨਹੀਂ ਪੈਂਦਾ ਹੁੰਦਾ ਬੇਟਾ। ਤਾਂ ਅਸੀਂ ਇਸ ਨੂੰ ਸੇਮ ਟਰਮ ਨਾਲ A1B1 ਨਾਲ ਮਲਟੀਪਲਾਈ ਕਰ ਦਿੰਦੇ ਐਂਡ A1B1 ਨਾਲ ਡਿਵਾਈਡ ਕਰ ਦਿੰਦੇ, ਸੇਮ ਟਰਮ ਨਾਲ ਮਲਟੀਪਲਾਈ, ਸੇਮ ਟਰਮ ਨਾਲ ਡਿਵਾਈਡ। ਓਕੇ, ਇਹ ਇੰਟਰਚੇਂਜ ਕਰ ਦਿਓ। ਹੁਣ ਇੰਟਰਚੇਂਜ ਤਾਂ ਅਸੀਂ ਕਰ ਹੀ ਸਕਦੇ ਹਾਂ ਕਿਉਂਕਿ ਵਿੱਚ ਮਲਟੀਪਲਾਈ ਦਾ ਸਾਈਨ ਹੈ, ਇਹਨੂੰ ਇੱਧਰ ਕਰ ਦਿਓ, ਇਹਨੂੰ ਇੱਧਰ ਕਰ ਦਿਓ। ਓਕੇ ਬੇਟਾ, ਤਾਂ ਇਹਨੂੰ ਇੱਧਰ ਕਰ ਦਿੰਦੇ, ਇਹਨੂੰ ਇੱਧਰ ਕਰ ਦਿੰਦੇ ਹੈ ਨਾ। ਮੈਂ ਇੱਧਰਲੀ ਸਾਈਡ ਲਿਖ ਰਿਹਾ ਹੁਣ, M ਇਜ਼ ਇਕੁਅਲ ਟੂ A1B1 ਅਪੋਨ AB, A2B2 ਅਪੋਨ A1B1, A2B2 ਇੱਧਰ ਸੀਗਾ ਉਹਨੂੰ ਉੱਧਰ ਕਰਤਾ, A1B1 ਇੱਧਰ ਸੀ ਉਹਨੂੰ ਇੱਧਰ ਕਰਤਾ। ਕਲੀਅਰ। ਹੁਣ ਵੇਟ ਅ ਮਿਨਟ, ਆਪਾਂ ਡਾਇਗਰਾਮ ਵੀ ਦੇਖੀਏ ਧਿਆਨ ਨਾਲ, ਠੀਕ ਹੈ। ਚੈੱਕ ਕਰੋ, ਆਪਾਂ M ਦਾ ਫਾਰਮੂਲਾ ਕੀਤਾ ਹੋਇਆ ਨਾ, ਰੇਸ਼ੋ ਆਫ ਸਾਈਜ਼ ਆਫ ਇਮੇਜ ਅਪੋਨ ਸਾਈਜ਼ ਆਫ ऑब्जेक्ट ਕੀਤਾ ਨਾ ਬੇਟਾ। ਇਹ ਫਾਰਮੂਲਾ ਲੱਗ ਰਿਹਾ ਦੇਖਿਓ ਇਸ ਤੇ, A1B1 is image and AB is object for which lens,
ਇਹਨਾਂ ਦੋਨਾਂ ਲੈਂਸ ਚੋਂ ਮੈਨੂੰ ਦੇਖ ਕੇ ਦੱਸੋ ਵੀ A1 B1 ਇਮੇਜ ਬਣੇ, AB ऑब्जेक्ट बने। AB इज ऑब्जेक्ट, AB आ सीगा, AB इज ऑब्जेक्ट फॉर विच लेंस बेटा, AB इज ऑब्जेक्ट फॉर ऑब्जेक्टिव लेंस एंड A1 B1 इज इमेज फॉर ऑब्जेक्टिव लेंस। तो फॉर ऑब्जेक्टिव लेंस A1 B1 इमेज है, AB ऑब्जेक्ट है। तुसी आ फार्मूला लगा सकते हो, है ना। इस फार्मूले के अकॉर्डिंग जो A1 आ देखो मैं इत्थे लिख रहा हूँ, A1 B1 अपॉन AB, A1 B1 इमेज है, ए बी ऑब्जेक्ट है, तो ये मैगनीफिकेशन का फार्मूला बन गया फॉर ऑब्जेक्टिव लेंस, है ना। तो इतने A1 B1 अपॉन ए बी ये बन जाएगा M नॉट, मैगनीफिकेशन ऑफ ऑब्जेक्टिव लेंस। ठीक है, हुण A2 B2 इस ते देखो, A2 B2 इमेज, A1 B1 ऑब्जेक्ट, A2 B2 इमेज है आई पीस वास्ते, A1 B1 ऑब्जेक्ट है आई पीस वास्ते, है ना। सो A2 B2 इमेज है, A1 B1 ऑब्जेक्ट है, किस लेंस वास्ते है बेटा, आई पीस वास्ते ने। सो ये फार्मूला जो बन गया दैट बिकम्स मैग्नीफिकेशन ऑफ आई पीस। क्लियर बेटा, A2 B2 इमेज है, A1 B1 ऑब्जेक्ट है, किस लेंस वास्ते, आई पीस वास्ते। तो ये बन गया आई पीस की मैग्नीफिकेशन का फार्मूला, ये बन गया बेटा ऑब्जेक्टिव की मैग्नीफिकेशन का फार्मूला। तो अपने को M इज इक्वल टू कितना आ गया, M नोड इंटू ME। इन्ना आना भी सीगा क्योंकि मैं थोनू एक टॉपिक सीगा कंबीनेशन ऑफ लेंसिज वाला, याद है बेटा 6.2 च कीता सी, कंबीनेशन ऑफ लेंसिज, जिस च असी नैट फोकल लेंथ फाइंड आउट की सी, नैट पावर फाइंड आउट की सी। उस मैं थोनू दस्या सी भी जे नैट मैगनीफिकेशन फाइंड आउट करनी होवे तो हर लेंस की मैगनीफिकेशन का मल्टीप्लीकेशन हुंदा दस्या सीगा। तो उही तो कंसैप्ट लग्या है, दो लेंस ने नैट मैगनीफिकेशन आ गई, दोनों लेंसिज की मैगनीफिकेशन को मल्टीप्लाई करके M नोड इंटू ME। अच्छा हुण लिसन लिसन बेटा लिसन, जिहड़ा M नोड है, M नोड इज मैगनीफिकेशन फॉर ऑब्जेक्टिव लेंस, जिहड़ा ऑब्जेक्टिव लेंस है इट इज़ कन्वैक्स लेंस। कन्वैक्स लेंस की मैगनीफिकेशन का फार्मूला होंदा है V/U, आपां ने कीता होया कन्वैक्स लेंस, ऑब्जेक्टिव लेंस इज़ अ कन्वैक्स लेंस, कन्वैक्स लेंस की मैगनीफिकेशन का फार्मूला होंदा है V/U। तो बेटा असी M नोड का फार्मूला V/U, ਇਹਦਾ V देखो M नोड ऑब्जेक्टिव लेंस वास्ते मैगनीफिकेशन लभ रहे हो तुसी V, ऑब्जेक्टिव लेंस का V इमेज डिस्टेंस V नोड है प्लस एंड U हो गया ऑब्जेक्ट डिस्टेंस। U की हो गया बेटा, वट इज U, ऑब्जेक्ट डिस्टेंस। ऑब्जेक्टिव लेंस का ऑब्जेक्ट डिस्टेंस है देखो डायग्राम माइनस U नोड, V पुट करता V नोड, U पुट करता माइनस U नोड, ये M नोड की वैल्यू आ गई V नोड अपॉन माइनस U नोड। ठीक है, जिहड़ा ME है बेटा, ME इज मैगनीफिकेशन फॉर आई पीस, आई पीस बिहेव्स लाइक सिंपल माइक्रोस्कोप। सिंपल माइक्रोस्कोप की मैगनीफिकेशन का फार्मूला आपने हुनी पिछले टॉपिक किया 1+D/F। ये फार्मूला लगा दो उरे ME का 1+D/F, F के नाल E लगा दो, मीनस इट इज़ फोकल लेंथ ऑफ आई पीस। आई पीस की फोकल लेंथ लोगे तो मैगनीफिकेशन ऑफ आई पीस ही आएगा, है ना। तो बेटा M नोड की वैल्यू आ पुट करती, ME की वैल्यू आ पुट करती, दोनों मल्टीप्लाई च मल्टीप्लाई च, दिस बिकम्स द फार्मूला फॉर मैगनीफिकेशन, है ना। V नोड बाय माइनस U नोड इज इंटू 1+D/FE, दिस इज द फार्मूला फॉर मैगनीफिकेशन ऑफ कंपाउंड माइक्रोस्कोप। कंपाउंड माइक्रोस्कोप की मैगनीफिकेशन का फार्मूला मैं दोबारा तो थोड़ा शो कर देना बेटा, M इज इक्वल टू β/α, है ना। एंगल स्मॉल सी दे आर रिप्लेस बाय द टेंजेंट्स, टेंजेंट्स दी वैल्यूज पुट की बीटा वाली ट्रायंगल तो अल्फा वाली ट्रायंगल तो कटिंग हो के रिजल्ट बन गया, सेम टर्म ना मल्टीप्लाई सेम टर्म ना डिवाइड किया, इन्हों आपस इंटरचेंज किया, है ना। इंटरचेंज करने ते एक बन गया M नोड, एक बन गया ME, M नोड की वैल्यू पुट की, ME की वैल्यू पुट की, मैगनीफिकेशन का फार्मूला बन गया। अंडरस्टैंड बेटा, ये सी मैगनीफाइंग पावर। क्लीयर। अच्छा लिसन, आप एक फार्मूला ये एक बनया, एक होर बनाने, लिसन वो फार्मूला अप्रोक्सीमेट है, अप्रोक्सीमेशनस च लगेगा, अप्रोक्सीमेटली लगेगा मतलब, ठीक है। ध्यान नाल समझियो, डायग्राम देखो बेटा, डायग्राम हुण मैं जिमें जिमें आ चीज़ ये जिन्ना मैं इनू अगे लेके जाऊँगा
ਉਨੀ ਜਿਹੜੀ ਆ A1 B1 ਹੈ ਇਹ ਅੱਗੇ ਜਾਏਗੀ। ਜਿੰਨਾ ਮੈਂ ਇਹਨੂੰ ਅੱਗੇ ਲੈ ਕੇ ਜਾਊਂਗਾ A1 B1 ਅੱਗੇ ਜਾਏਗੀ। ਮੰਨ ਲਓ ਮੈਂ A ਵੀ ਉਰੇ ਬਣਾਉਣਾ ਫੋਕਸ ਦੇ ਨੇੜੇ ਉਰੇ, ਸਪੋਜ਼ ਕਰੋ ਉਰੇ ਬਣਾਤਾ ਹੈ ਨਾ, ਤਾਂ A1 B1 ਵੀ ਉਰੇ ਬਣੇਗੀ, ਉਰੇ ਲੈਂਸ ਦੇ ਨੇੜੇ ਬਣੇਗੀ, ਲੈਂਸ ਦੇ ਨੇੜੇ। ਸਮਝ ਆ ਰਹੀ ਹੈ ਮੈਂ ਕੀ ਬੋਲ ਰਿਹਾ ਵੀ ਜੇ ਮੈਂ ਓਬਜੈਕਟ ਫੋਕਸ ਦੇ ਨੇੜੇ ਰੱਖਦਾ, ਓਬਜੈਕਟ ਅਗਰ ਮੈਂ ਕਿਸ ਦੇ ਨੇੜੇ ਰੱਖਦਾ ਫੋਕਸ ਦੇ, ਤਾਂ ਜਿਹੜੀ A1 B1 ਦੀ ਇਮੇਜ ਹੈ ਉਹ ਇੱਥੇ ਬਣੇਗੀ, ਉਰੇ ਬਣੇਗੀ। ਤਾਂ ਬੇਟਾ ਜੇ ਓਬਜੈਕਟ ਉਰੇ ਪਿਆ ਹੈ ਤਾਂ ਜਿਹੜਾ ਓਬਜੈਕਟ ਡਿਸਟੈਂਸ ਹੈ, ਸੁਣੋ ਆ ਜਿਹੜਾ ਓਬਜੈਕਟ ਡਿਸਟੈਂਸ ਹੈ ਯੂ ਨੋਡ, ਇਹ ਐਫ ਨੋਡ ਦੇ ਇਕੁਅਲ ਹੋ ਗਿਆ ਅਪਰੋਕਸੀਮੇਟਲੀ। ਅਪਰੋਕਸੀਮੇਟਲੀ ਬੋਲ ਰਿਹਾ ਮੈਂ, ਅਪਰੋਕਸੀਮੇਟਲੀ ਵੀ ਓਬਜੈਕਟ ਅਗਰ ਫੋਕਸ ਦੇ ਨੇੜੇ ਲਾਈ ਕਰੇਗੀ, ਇਫ ਓਬਜੈਕਟ ਲਾਈਜ਼ ਨੀਅਰ ਫੋਕਸ ਤਾਂ ਯੂ ਨੋਡ ਅਪਰੋਕਸੀਮੇਟਲੀ ਇਕੁਅਲ ਟੂ ਫੋਕਲ ਲੈਂਥ ਹੋ ਗਿਆ। ਬੋਲੋ, ਤਾਂ ਇਫ ਯੂ ਨੋਡ ਅਪਰੋਕਸੀਮੇਟਲੀ ਇਕੁਅਲ ਟੂ ਐਫ ਨੋਡ ਹੈ ਨਾ, ਤਾਂ ਬੇਟਾ A1 B1 ਉਰੇ ਲਾਈ ਕਰ ਗਈ। A1 B1 ਜਦੋਂ ਉਰੇ ਲਾਈ ਕਰੇਗੀ ਤਾਂ ਜਿਹੜਾ ਇਹ ਇਮੇਜ ਡਿਸਟੈਂਸ ਆ, ਆਹ ਵਾਲਾ ਇਮੇਜ ਡਿਸਟੈਂਸ ਉਰੇ ਤੱਕ ਸੀ ਉਹ ਐਂਡ ਤੱਕ ਚਲਾ ਗਿਆ। ਜਿਹੜਾ ਉਰੇ ਤੱਕ ਸੀਗਾ ਬੇਟਾ ਇਮੇਜ ਡਿਸਟੈਂਸ ਵੀ ਨੋਡ, ਆ ਦੇਖੋ ਉਰੇ ਤੱਕ ਸੀ, ਇਹ ਐਂਡ ਤੱਕ ਚਲਾ ਗਿਆ ਕਿਉਂਕਿ ਇਮੇਜ A1 B1 ਉਰੇ ਬਣ ਰਹੀ ਹੈ ਨਾ। ਤਾਂ ਜਿਹੜਾ ਵੀ ਨੋਡ ਹੈ, ਵੀ ਨੋਡ ਇਨਕਰੀਜ਼ ਹੋ ਕੇ L ਦੇ ਇਕੁਅਲ ਹੋ ਜਾਏਗਾ। ਵੀ ਨੋਡ ਆ ਜਿਹੜਾ ਵੀ ਨੋਡ ਹੈ ਨਾ, ਇਹ ਇਨਕਰੀਜ਼ ਹੋ ਕੇ ਵੀ ਨੋਡ ਉਰੇ ਤੱਕ ਸੀ, ਇਨਕਰੀਜ਼ ਹੋ ਕੇ ਕਿਸ ਦੇ ਇਕੁਅਲ ਹੋ ਜਾਏਗਾ ਬੇਟਾ L ਦੇ, ਹੈ ਨਾ। ਇਫ ਯੂ ਨੋਡ ਇਜ਼ ਅਪਰੋਕਸੀਮੇਟਲੀ ਇਕੁਅਲ ਟੂ ਐਫ ਨੋਡ ਦੈਨ ਵੀ ਨੋਡ ਅਪਰੋਕਸੀਮੇਟਲੀ ਇਕੁਅਲ ਟੂ L ਹੋਏਗਾ। ਇਹ ਦੋ ਚੀਜ਼ਾਂ ਆਪਾਂ ਉੱਪਰ ਹੈ ਨਾ ਪੁੱਟ ਕਰ ਸਕਦੇ ਹਾਂ। ਵੀ ਨੋਡ ਦੀ ਜਗ੍ਹਾ L, ਯੂ ਨੋਡ ਦੀ ਜਗ੍ਹਾ ਐਫ ਨੋਡ 1 + D/FE। ਇਹ ਵੀ ਮੈਗਨੀਫਿਕੇਸ਼ਨ ਦਾ ਫਾਰਮੂਲਾ ਹੈ, ਅਪਰੋਕਸੀਮੇਟਲੀ ਲੱਗ ਸਕਦਾ ਕਿਸੇ ਕਿਸੇ ਨੂਮੈਰੀਕਲ 'ਤੇ। ਇਹ ਦੋਨੇ ਫਾਰਮੂਲੇ ਮੈਗਨੀਫਿਕੇਸ਼ਨ ਦੇ ਨੇ, ਐਂਡ ਦੋਨੇ ਫਾਰਮੂਲੇ ਉਦੋਂ ਯੂਜ਼ ਕਰਨੇ ਨੇ, ਲਿਸਨ, ਵੈਨ ਫਾਈਨਲ ਇਮੇਜ is formed at least distance of distinct vision, ਮਤਲਬ ਨੀਅਰ ਪੁਆਇੰਟ। ਜਦੋਂ ਫਾਈਨਲ ਇਮੇਜ ਨੀਅਰ ਪੁਆਇੰਟ ਤੁਹਾਨੂੰ ਵਿਜ਼ੀਬਲ ਨਹੀਂ ਹੋਇਆ ਬੇਟਾ, ਜਿਹੜੇ ਆ ਦੋਨੇ ਫਾਰਮੂਲੇ ਨੇ, ਲਿਸਨ, ਇਹ ਦੋਨੇ ਫਾਰਮੂਲੇ ਉਦੋਂ ਅਪਲਾਈ ਕਰਨੇ ਨੇ ਜਦੋਂ ਫਾਈਨਲ ਇਮੇਜ ਨੀਅਰ ਪੁਆਇੰਟ 'ਤੇ ਬਣੇਗੀ। ਫਾਈਨਲ ਇਮੇਜ ਇਜ਼ ਫਾਰਮਡ ਐਟ ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ, ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ 'ਤੇ ਬਣੇ, ਹੈ ਨਾ, ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ 'ਤੇ ਫਾਈਨਲ ਇਮੇਜ। ਫਿਰ ਇਹ ਫਾਰਮੂਲੇ ਤੁਸੀਂ ਅਪਲਾਈ ਕਰ ਸਕਦੇ ਹੋ, ਹੈ ਨਾ। ਅਗਰ ਤੁਹਾਨੂੰ ਕਹਿੰਦੇ ਨੇ ਇਫ ਫਾਈਨਲ ਇਮੇਜ ਇਜ਼ ਫਾਰਮਡ ਐਟ ਫਾਰ ਪੁਆਇੰਟ, ਮਤਲਬ ਇਨਫਿਨਿਟੀ 'ਤੇ, ਜੇ ਫਾਈਨਲ ਇਮੇਜ ਫਾਰ ਪੁਆਇੰਟ ਬਣਦੀ ਹੈ ਫਿਰ ਤੁਸੀਂ ਮੈਗਨੀਫਿਕੇਸ਼ਨ ਦਾ ਫਾਰਮੂਲਾ ਬੇਟਾ 1 ਨਿਗਲੈਕਟ ਕਰ ਦਿਓ, ਇਸ ਚੋਂ ਫਿਰ ਫਾਰਮੂਲਾ ਆ ਬਣ ਜੂਗਾ LD/F ਨੋਡ FE। ਇਮੇਜ ਤੁਹਾਨੂੰ ਆ ਵੀ ਸਾਫ਼ ਦਿਖਾਈ ਦੇਗੀ, ਜਿਹੜੀ ਉਰੇ ਬਣੇਗੀ ਨਾ ਨੀਅਰ ਪੁਆਇੰਟ 'ਤੇ, ਜਿਹੜੀ ਇਮੇਜ ਨੀਅਰ ਪੁਆਇੰਟ 'ਤੇ ਬਣੇਗੀ ਇਹ ਵੀ ਸਾਫ਼ ਦਿਖਾਈ ਦੇਗੀ, ਵਿਦਾਊਟ ਐਨੀ ਸਟ੍ਰੈਸ ਐਂਡ ਸਟ੍ਰੇਨ ਦਿਖਾਈ ਦੇਗੀ। ਜਿਹੜੀ ਇਨਫਿਨਿਟੀ 'ਤੇ ਬਣੇਗੀ ਇਹ ਵੀ ਸਾਫ਼ ਦਿਖਾਈ ਦੇਗੀ, ਵਿਦਾਊਟ ਐਨੀ ਸਟ੍ਰੈਸ ਔਰ ਸਟ੍ਰੇਨ ਦਿਖਾਈ ਦੇਗੀ। ਤਾਂ ਬੇਟਾ ਨੀਅਰ ਪੁਆਇੰਟ ਵਾਸਤੇ ਫਾਰਮੂਲੇ ਆਹ ਨੇ, ਫਾਰ ਪੁਆਇੰਟ ਵਾਸਤੇ ਆਹ ਹੈ। ਕਲੀਅਰ? ਫਾਰ ਪੁਆਇੰਟ ਵਾਲੇ ਕੇਸ ਨੂੰ ਕਹਿੰਦੇ ਹੁੰਦੇ ਨੇ ਕੰਪਾਊਂਡ ਮਾਈਕਰੋਸਕੋਪ। ਕੰਪਾਊਂਡ ਮਾਈਕਰੋਸਕੋਪ is used under normal adjustment। ਬੇਟਾ ਲੈਂਗੁਏਜ ਹੈ, ਬੋਲਣ ਦਾ ਤਰੀਕਾ ਹੈ, ਨੂਮੈਰੀਕਲਸ 'ਚ ਲਿਖਿਆ ਹੁੰਦਾ ਹੈ ਨਾ। ਨੂਮੈਰੀਕਲਸ 'ਚ ਤੁਹਾਨੂੰ ਦਿੱਤਾ ਹੋਏਗਾ ਵੀ ਫਾਈਨਲ ਇਮੇਜ ਇਜ਼ ਫਾਰਮਡ ਐਟ ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ, ਜਾਂ ਫਾਈਨਲ ਇਮੇਜ ਇਜ਼ ਫਾਰਮਡ ਐਟ ਫਾਰ ਪੁਆਇੰਟ। ਨੀਅਰ ਪੁਆਇੰਟ 'ਤੇ ਬਣ ਰਹੀ ਹੈ ਕਿ ਫਾਰ ਪੁਆਇੰਟ 'ਤੇ ਬਣ ਰਹੀ ਹੈ। ਫਾਰ ਪੁਆਇੰਟ ਨੂੰ ਬੋਲਣ ਦਾ ਹੀ ਤਰੀਕਾ ਆਹ ਵਾਲਾ ਹੈ, ਨੋਰਮਲ ਐਡਜਸਟਮੈਂਟ। ਜਦੋਂ ਟੈਲੀਸਕੋਪ ਨੋਰਮਲ ਐਡਜਸਟਮੈਂਟ 'ਚ ਯੂਜ਼ ਹੋ ਰਿਹਾ ਹੋਵੇ, ਜਦੋਂ ਟੈਲੀਸਕੋਪ ਨੋਰਮਲ ਐਡਜਸਟਮੈਂਟ 'ਚ ਯੂਜ਼ ਹੋ ਰਿਹਾ ਹੋਵੇ ਤਾਂ ਸਮਝ ਲਿਆ ਕਰੋ ਫਾਈਨਲ ਇਮੇਜ ਕਿੱਥੇ ਬਣ ਰਹੀ ਹੈ, ਫਾਰ ਪੁਆਇੰਟ 'ਤੇ। ਫਾਈਨਲ ਇਮੇਜ ਇਜ਼ ਫਾਰਮਡ ਐਟ ਫਾਰ ਪੁਆਇੰਟ ਇਫ ਟੈਲੀਸਕੋਪ ਇਜ਼ ਯੂਜ਼ਡ ਅੰਡਰ ਨੋਰਮਲ ਐਡਜਸਟਮੈਂਟ ਬੇਟਾ। ਠੀਕ ਹੈ, ਸੋ ਦਿਸ ਇਜ਼ ਆਲ ਅਬਾਊਟ ਸਿੰਪਲ ਮਾਈਕਰੋਸਕੋਪ ਐਂਡ ਕੰਪਾਊਂਡ ਮਾਈਕਰੋਸਕੋਪ। ਕੋਈ ਕਨਫਿਊਜ਼ਨ ਹੋਈ ਤਾਂ ਬੇਟਾ ਕਾਲ ਕਰਿਓ, ਠੀਕ ਹੈ, ਅਦਰਵਾਈਜ਼ ਆਈ ਥਿੰਕ ਤੁਹਾਨੂੰ ਸਮਝ ਆ ਜਾਏਗਾ। ਥੈਂਕ ਯੂ ਵੈਰੀ ਮੱਚ।